ਸਤਨਾਮ ਵਾਹਿਗੁਰੂ ਸਾਹਿਬ ਜੀਓ। ਨਿਹ ਘਟ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਨ। ਤਿਹ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਜਿਹ ਘਟ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਨ। ਤਿਹ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਏਕ ਭਗਤ ਭਗਵਾਨ, ਜਿਹ ਪ੍ਰਾਨੀ ਕੈ ਨਾਹਿ ਮਨ। ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਨ। ਏਕ ਭਗਤ ਭਗਵਾਨ, ਜਿਹ ਪ੍ਰਾਨੀ ਕੈ ਨਾਹਿ ਮਨ। ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ। ਆਪ ਜੀ ਗੁਰੂ ਚਰਨਾਂ ਵਿੱਚ ਪਹੁੰਚ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਵਚਨਾਂ ਵਿੱਚ ਅੱਜ ਦੇ 43 ਔਰ 44 ਨੰਬਰ ਸ਼ਲੋਕ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਇਹਨਾਂ ਸ਼ਲੋਕਾਂ ਦਾ ਅਖਰੀ ਅਰਥਾਂ ਦਾ ਭਾਵ ਇਸ ਪ੍ਰਕਾਰ ਹੈ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਬਚਨ ਕਰ ਰਹੇ ਨੇ ਕਿ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਸਿਮਰਨ, ਪਰਮਾਤਮਾ ਦੀ ਯਾਦ, ਉਸ ਦਾ ਪਿਆਰ ਨਿਰੰਤਰ ਟਿਕ ਜਾਂਦਾ ਹੈ, ਉਹ ਮਨੁੱਖ ਸੰਸਾਰ ਦੇ ਹਰ ਪ੍ਰਕਾਰ ਦੇ ਦੁੱਖਾਂ ਤੋਂ, ਬੰਧਨਾਂ ਤੋਂ ਨਿਜਾਤ, ਮੁਕਤੀ ਹਾਸਲ ਕਰ ਲੈਂਦਾ ਹੈ। ਭਾਵੇਂ ਕਿ ਉਹ ਪੰਜ ਤੱਤੀ ਦੇਹ ਵਿੱਚ ਹੈ, ਇੱਕ ਆਮ ਮਨੁੱਖ ਵਾਂਗ ਸਰੀਰਧਾਰੀ ਹੈ, ਪਰ ਜਿਸ ਮਨੁੱਖ ਦੇ ਹਿਰਦੇ ਵਿੱਚ ਸਿਮਰਨ ਦੀ ਦਾਤ ਟਿਕ ਗਈ, ਉਹ ਵਿਅਕਤੀ, ਉਹ ਸ਼ਖਸ, ਉਹ ਨਰ ਪਰਮਾਤਮਾ ਦਾ ਹੀ ਰੂਪ ਸਮਝਣਾ ਚਾਹੀਦਾ ਹੈ। ਦੂਸਰੇ ਸ਼ਲੋਕ ਵਿੱਚ ਜਿਸ ਮਨੁੱਖੀ ਤਨ ਵਿੱਚ ਪਰਮਾਤਮਾ ਦੀ ਯਾਦ ਨਹੀਂ, ਉਸ ਦਾ ਪ੍ਰੇਮ ਨਹੀਂ, ਉਸ ਦਾ ਨਾਮ ਸ਼ਬਦ ਨਹੀਂ ਟਿਕਿਆ, ਉਹ ਮਨੁੱਖ ਭਗਤੀ ਤੋਂ ਹੀਣ ਹੋਣ ਕਰਕੇ ਜਿਵੇਂ ਇਸ ਧਰਤੀ ਤੇ ਸ਼ੂਕਰ, ਸੂਰ ਔਰ ਸਵਾਨ ਕੁੱਤੇ ਦਾ ਤਨ ਹੈ, ਉਸ ਮਨੁੱਖ ਦਾ ਤਨ ਸੂਰ ਤੇ ਕੁੱਤੇ ਦੇ ਤਨ ਵਰਗਾ ਹੈ। ਇਹ ਦੋਵੇਂ ਸ਼ਲੋਕ ਵਿਚਾਰਾਂਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਨੇ ਕਿ ਜਿਸ ਮਨੁੱਖ ਦੇ ਹਿਰਦੇ ਵਿੱਚ ਸਿਮਰਨ ਟਿਕਿਆ, ਸਿਮਰਨ ਯਾਦ ਪਰਮਾਤਮਾ ਦੀ ਪੱਕ ਗਈ, ਉਹ ਮਨੁੱਖ ਦੁੱਖਾਂ ਤੋਂ ਮੁਕਤ ਹੋ ਗਿਆ।
ਬੰਧਨ ਉਹਦੀ ਜ਼ਿੰਦਗੀ ਵਿੱਚੋਂ ਚਲੇ ਗਏ। ਸਿਮਰਨ ਕੀ ਹੈ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਬਚਨਾਂ ਵਿੱਚ ਵਾਰ-ਵਾਰ ਸਿਮਰਨ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਔਰ ਇਹ ਹੁਕਮ ਹੈ ਗੁਰਸਿੱਖ ਨੂੰ ਕਿ ਤੂੰ ਸਿਮਰਨ ਆਪਣੇ ਜੀਵਨ ਵਿੱਚ ਧਾਰਨ ਕਰ। ਸਿਮਰਨ ਦੇ ਅਰਥ ਨੇ ਯਾਦ। ਸਿਮਰਨ ਇੱਕ ਮਨ ਦੀ ਸਥਿਤੀ ਹੈ। ਮਨ ਕਿਸੇ ਨਾ ਕਿਸੇ ਚੀਜ਼ ਦਾ ਸਿਮਰਨ ਕਰਦਾ ਹੀ ਰਹੇਗਾ। ਭਾਵੇਂ ਅਸੀਂ ਕਹਿੰਦੇ ਆਪਾਂ ਸਿਮਰਨ ਕਰ ਰਹੇ ਹਾਂ, ਪਰ ਇਕੱਲਾ ਸਿਮਰਨ ਸ਼ਬਦ ਜ਼ਰੂਰੀ ਨਹੀਂ ਕਿ ਸਿਮਰਨ ਕਿਹਦਾ ਹੋ ਰਿਹਾ ਹੈ, ਕਿਉਂਕਿ ਸਿਮਰਨ ਤੇ ਹਰ ਸਮੇਂ ਮਨ ਕਰੇਗਾ ਹੀ। ਜਿੰਨਾ ਚਿਰ ਮਨੁੱਖ ਜੀਵਿਤ ਹੈ, ਇਹਦੇ ਅੰਦਰ ਇੱਕ ਮਨ ਹੈ ਤੇ ਮਨ ਦਾ ਕੰਮ ਹੈ ਜਾਂ ਤੇ ਨੀਂਦ ਆ ਗਈ। ਇੱਕੋ ਇੱਕ ਨਿੰਦਰਾ ਹੈ, ਇੱਕੋ ਇੱਕ ਨੀਂਦ ਹੈ ਜਿਹੜੀ ਮਨੁੱਖ ਦੇ ਖਿਆਲਾਂ ਨੂੰ ਸੰਕੋਚਦੀ ਹੈ, ਉਹਦੇ ਵਿਚਾਰਾਂ ਨੂੰ ਖਤਮ ਕਰਦੀ ਤੇ ਉਹਦੀ ਯਾਦ ਜਿਹੜੀ ਵਿਚਾਰਾਂ ਰਾਹੀਂ ਤੁਰੀ ਰਹਿੰਦੀ ਉਸ ਨੂੰ ਸਮਾਪਤ ਕਰ ਦਿੰਦੀ ਹੈ। ਜਿਉਂ ਹੀ ਬੰਦੇ ਦਾ ਮਨ ਜਾਗਦਾ ਹੈ, ਕੇਵਲ ਕੁਝ ਅਭਿਆਸੀ ਪੁਰਸ਼ਾਂ ਤੋਂ ਬਿਨਾਂ, ਜਿਨ੍ਹਾਂ ਨੇ ਸਾਧਨਾ ਕਰਕੇ, ਅਭਿਆਸ ਕਰਕੇ, ਮੁਸ਼ੱਕਤ ਕਰਕੇ ਆਪਣੇ ਮਨ ਨੂੰ ਗੁਰੂ ਚਰਨਾਂ ਵਿੱਚ ਸ਼ਬਦ ਵਿੱਚ ਲਾ ਲਿਆ, ਉਹਨਾਂ ਬਾਰੇ ਤੇ ਆਪਾਂ ਕਹਿ ਸਕਦੇ ਹਾਂ ਕਿ ਉਹ ਸਿਮਰਨ ਵਿੱਚ ਟਿਕ ਜਾਂਦੇ ਨੇ। ਯਾਦ ਵਿੱਚ ਉਹਨਾਂ ਦਾ ਮਨ ਸਿਮਰਨ ਯਾਦ ਤੋਂ ਉੱਚਾ ਹੋ ਜਾਂਦਾ ਵਿਚਾਰਾਂ ਤੋਂ। ਪਰ ਜਿਹੜਾ ਆਮ ਮਨੁੱਖ ਹੈ ਉਹਦੇ ਵਿੱਚ ਸਿਮਰਨ ਚੱਲਦਾ ਹੀ ਰਹਿੰਦਾ ਹੈ, ਯਾਦ ਬਣੀ ਰਹਿੰਦੀ। ਹੁਣ ਇਹ ਜ਼ਰੂਰੀ ਨਹੀਂ ਕਿ ਯਾਦ ਪਰਮਾਤਮਾ ਦੀ ਹੈ, ਸਿਮਰਨ ਪਰਮਾਤਮਾ ਦਾ ਹੀ ਹੋਵੇ। ਭਗਤ ਜੀ ਦਾ ਇੱਕ ਸ਼ਬਦ ਹੈ ਜਿਹਦੇ ਵਿੱਚ ਸਿਮਰਨ ਦੀ ਅਵਸਥਾ ਨੂੰ ਉਹਨਾਂ ਨੇ ਆਮ ਸ਼ਬਦਾਂ ਵਿੱਚ, ਸਰਲ ਸ਼ਬਦਾਂ ਵਿੱਚ ਕਿਹਾ ਕਿ ਆਮ ਬੰਦੇ ਦੀ ਸਮਝ ਵਿੱਚ ਆ ਜਾਏ ਸਿਮਰਨ ਹੈ ਕੀ। ਕਿਉਂਕਿ ਅੱਜ ਕੱਲ੍ਹ ਦੇ ਵਕਤ ਵਿੱਚ ਬਹੁਤ ਸਾਰੇ ਲੋਕ ਧਰਮ ਦਾ ਬਾਜ਼ਾਰੀਕਰਨ ਕਰਦੇ ਨੇ, ਧਰਮ ਦੀਆਂ ਹੱਟੀਆਂ ਖੋਲ੍ਹਦੇ ਨੇ, ਤੇ ਕਿਉਂਕਿ ਇਹ ਸੌਦਾ ਤੁਸੀਂ ਆਮ ਤੌਰ 'ਤੇ ਵੇਖੋਗੇ ਬਾਜ਼ਾਰ ਵਿੱਚ ਵੀ ਉਹ ਚੀਜ਼ਾਂ ਹੇਰਾ ਫੇਰੀ ਨਾਲ ਵਧਾ ਕੇ ਗਲਤ ਰੇਟਾਂ 'ਤੇ ਵੇਚੀਆਂ ਜਾਂਦੀਆਂ ਨੇ। ਤੇ ਫਿਰ ਪਰਮਾਤਮਾ ਦੇ ਸੰਬੰਧ ਵਿੱਚ ਜਦੋਂ ਕੋਈ ਮਨੁੱਖ ਦੁਕਾਨ ਖੋਲ੍ਹਦਾ ਹੈ, ਇਹ ਤੇ ਸਾਰਾ ਘਰ ਹੀ ਅਦ੍ਰਿਸ਼ਟ ਹੈ। ਕਦੀ ਕਿਸੇ ਨੇ ਪਰਮਾਤਮਾ ਵੇਖਿਆ? ਕਦੀ ਉਹਦੇ ਸਬੂਤ ਮਿਲੇ ਨੇ? ਕਦੀ ਉਹਦੀ ਯਾਦ? ਕੀ ਪਤਾ ਇੱਕ ਬੰਦਾ ਬੈਠ ਕੇ ਕਵੇ ਮੇਰੇ ਅੰਦਰ ਇਹ ਅਵਸਥਾ ਬਣ ਗਈ ਹੈ, ਤੇ ਉਹਦੇ ਅੰਦਰ ਉਹ ਅਵਸਥਾ ਹੈ ਕਿ ਨਹੀਂ। ਕੀ ਪਤਾ ਇੱਕ ਵਿਅਕਤੀ ਜਿਵੇਂ ਦੀ ਗੱਲ ਕਰਦਾ ਉਹ ਖੁਦ ਵੀ ਉਸ ਤਰ੍ਹਾਂ ਦਾ ਹੈ ਕਿ ਨਹੀਂ। ਇਸ ਕਰਕੇ ਧੋਖਾਧੜੀ ਔਰ ਓਲਾ ਰੱਖਣਾ ਜਿੰਨਾ ਧਰਮ ਦੇ ਵਿੱਚ ਹੈ ਉਹਨਾਂ ਹੋਰ ਕਿਸੇ ਦੁਕਾਨ 'ਤੇ ਹੈ ਨਹੀਂ, ਕਿਉਂਕਿ ਇਹਦੇ ਵਿੱਚ ਕੋਈ ਸਬੂਤ ਨਹੀਂ, ਕੋਈ ਪਤਾ ਨਹੀਂ ਹੈ। ਪਰ ਸਤਿਗੁਰੂ ਨੇ ਫਿਰ ਵੀ ਇੱਕ ਸਿਗਨਲ, ਇੱਕ ਇਸ਼ਾਰਾ ਕੀਤਾ ਕਿ ਇੱਕ ਖਿਆਲ ਰੱਖੀ, ਜਿਹੜਾ ਮਨੁੱਖ ਖੁਦ ਹੀ ਐਲਾਨ ਕਰੇ, ਖੁਦ ਹੀ ਇਹ ਕਹੇ ਕਿ ਮੇਰੀ ਇਹ ਅਵਸਥਾ ਬਣ ਗਈ ਹੈ, ਤੇ ਦੂਜੇ ਨੂੰ ਸਵਾਲ ਕਰੇ ਵੀ ਤੁਹਾਡੀ ਦਿਵ ਦ੍ਰਿਸ਼ਟੀ ਖੁੱਲੀ ਹੈ ਕਿ ਨਹੀਂ, ਤੁਹਾਡੇ ਵਿੱਚ ਅਨਹਦ ਨਾਦ ਸੁਣਾਈ ਦਿੱਤਾ ਹੈ ਕਿ ਨਹੀਂ, ਸਮਝ ਲੈਣਾ ਇਹ ਵਿਅਕਤੀ ਅੰਦਰੋਂ ਖਾਲੀ ਹੈ। ਕਿਉਂਕਿ ਜਿਨ੍ਹਾਂ ਨੂੰ ਰੱਬ ਦਾ ਪਿਆਰ ਮਿਲਿਆ ਉਹ ਪਰਤ ਕੇ ਦਾਅਵਾ ਨਹੀਂ ਕਰਦੇ, ਉਸ ਨੂੰ ਅੰਦਰ ਚੁੱਪ ਕਰਕੇ ਸਮਾ ਲੈਂਦੇ ਨੇ। ਹਾਂ, ਉਹਨਾਂ ਦੀ ਜ਼ਿੰਦਗੀ, ਉਹਨਾਂ ਦੀ ਚੁੱਪ ਦੇ ਵਿੱਚੋਂ ਵੀ ਇੱਕ ਸੰਗੀਤ ਨਿਕਲਦਾ ਹੈ ਜਿਹੜਾ ਉਹਨਾਂ ਦੇ ਵਿੱਚ ਵਰਤ ਰਹੀ ਦਾਤ ਨੂੰ ਪ੍ਰਗਟ ਕਰਨ ਲੱਗ ਪੈਂਦਾ ਹੈ। ਪਰ ਆਪਣੇ ਮੂੰਹ ਬੋਲ ਕੇ ਦਾਅਵਾ ਨਹੀਂ ਕਰਦੇ, ਆਪਣੇ ਮੂੰਹ ਐਲਾਨ ਨਹੀਂ ਕਰਦੇ। ਜਿੱਥੇ ਐਲਾਨ ਹੈ ਉੱਥੇ ਧਰਮ ਨਹੀਂ। ਐਲਾਨ ਕਰਨ ਦਾ, ਦਾਅਵਾ ਕਰਨ ਦਾ ਸੰਬੰਧ ਧਰਮ ਨਾਲ ਨਹੀਂ ਹੈ। ਹਾਂ, ਜਿਸ ਬੰਦੇ ਦੇ ਜੀਵਨ ਵਿੱਚ ਪਰਮਾਤਮਾ ਦੀਆਂ ਬਰਕਤਾਂ ਟਿਕ ਗਈਆਂ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮੂੰਹ ਨਾ ਬੋਲੇਗਾ ਉਸ ਬੰਦੇ ਦੀ ਅੱਖ ਖਬਰ ਦੇ ਦੇਗੀ ਕਿ ਇਹ ਰਹਿੰਦਾ ਇਸ ਧਰਤੀ ਤੇ ਹੈ, ਪਰ ਇਹਦਾ ਅੰਦਰਲਾ ਕਿਸੇ ਹੋਰ ਦੁਨੀਆ ਨਾਲ ਜੁੜ ਗਿਆ ਹੈ। ਉਸ ਮਨੁੱਖ ਦੇ ਜਿਹੜੇ ਸ਼ਬਦ ਨੇ, ਉਹਨਾਂ ਸ਼ਬਦਾਂ ਦੇ ਵਿੱਚੋਂ ਭਾਵੇਂ ਉਹ ਦੇਹ ਇਸ ਧਰਤੀ ਦੀ ਹੋਵੇਗੀ, ਉਹਦੇ ਸ਼ਬਦ ਜਿਹੜੇ ਹੋਣਗੇ
ਕਿਸੇ ਇਸ ਦੁਨੀਆ ਦੇ ਪਾਰ ਦੇ ਲੋਕ ਤੋਂ ਖਹਿ ਕੇ ਆਉਣਗੇ, ਉਹਨਾਂ ਵਿੱਚ ਪਰਮਾਤਮਾ ਦੇ ਦੇਸ਼ ਦੀ ਖਬਰ ਵੀ ਹੋਵੇਗੀ, ਭਾਵੇਂ ਉਹ ਕਰਨਾ ਨਹੀਂ ਚਾਹੁੰਦਾ। ਜਿਸ ਮਕਾਨ ਵਿੱਚ ਇਸ ਤਰ੍ਹਾਂ ਦਾ ਵਿਅਕਤੀ ਰਹੇਗਾ, ਉਸ ਮਕਾਨ ਵਿੱਚ ਪੈਰ ਰੱਖਦਿਆਂ ਸਾਰ ਆਦਮੀ ਥੋੜ੍ਹਾ ਜਿਹਾ ਵੀ ਭਾਵੁਕ ਹੋਵੇ, ਉਸ ਮਕਾਨ ਦੀਆਂ ਤਰੰਗਾਂ ਉਹਨੂੰ ਦੱਸ ਦੇਣਗੀਆਂ ਕਿ ਤੂੰ ਕਿਸੇ ਇਸ ਧਰਤੀ ਦੇ ਉਸ ਟੁਕੜੇ 'ਤੇ ਆ ਗਿਆ ਜਿੱਥੇ ਰਹਿਣ ਵਾਲਾ ਵਿਅਕਤੀ ਕਿਸੇ ਹੋਰ ਦੁਨੀਆ ਵਿੱਚ ਰਹਿੰਦਾ ਹੈ। ਉਹਦਾ ਪ੍ਰਭਾਵ ਚੌਹਾਂ ਪਾਸੇ ਛਾਂਦਾ ਹੈ, ਚੌਹਾਂ ਪਾਸੇ ਉਹਦਾ ਪ੍ਰਭਾਵ ਹੈ। ਉਹਦੇ ਪੈਰਾਂ ਵਿੱਚ ਕ੍ਰਾਂਤੀ, ਤੁਰੇਗਾ, ਲੱਗੇਗਾ ਇਸ ਤਰ੍ਹਾਂ ਬਿਲਕੁਲ ਸਹਿਜ ਤੁਰਦਾ ਹੈ, ਪਰ ਉਹਦੇ ਨਾਲ ਆਮ ਆਦਮੀ ਨੂੰ ਭੱਜ ਕੇ ਦੌੜ ਕੇ ਰਲਣਾ ਪਏਗਾ। ਉਹਦੇ ਹੱਥ ਬਿਲਕੁਲ ਸ਼ਾਂਤ, ਪਰ ਜਿਸ ਕੰਮ ਨੂੰ ਉਹ ਕਰਨਾ ਚਾਹੇਗਾ ਉਹਦੇ ਵਿੱਚ ਕਈ ਗੁਣਾ ਕ੍ਰਾਂਤੀ ਵੱਧ ਜਾਏਗੀ। ਜਿਸ ਬੰਦੇ ਤੇ ਉਹਦੀ ਦ੍ਰਿਸ਼ਟੀ ਪੈਗੀ, ਉਸ ਬੰਦੇ ਤੇ ਪ੍ਰਭਾਵ ਪਏਗਾ। ਇਹ ਖਬਰ ਚੁੱਪ ਖਬਰ ਹੈ, ਇਹ ਨੇ ਸ਼ਬਦ ਚਿੱਠੀ ਹੈ ਜਿਹੜੀ ਉਹਦੇ ਮਸਤਕ ਤੇ ਲਿਖੀ ਹੁੰਦੀ ਹੈ, ਜਿਹਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੇ ਕੋਈ ਮਨੁੱਖ ਇਹ ਯਤਨ ਕਰੇ, ਗੁਰੂ ਕਿਰਪਾ ਦੇ ਨਾਲ ਤੁਰੇ ਤੇ ਅੱਠੇ ਹੀ ਪੈਰ ਆਪਣੀ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰਦਾ ਹੈ, ਜੇ ਉਹ ਨਿਰੰਤਰ ਇਸ ਸਾਧਨਾ ਦੇ ਵਿੱਚ ਟਿਕ ਕੇ ਵਿਸ਼ਵਾਸ ਨਾਲ, ਪ੍ਰੇਮ ਨਾਲ ਗੁਰੂ ਦੇ ਹੁਕਮ ਵਿੱਚ ਵਿਚਰਦਿਆਂ ਹੋਇਆਂ ਦੋਵੇਂ ਕਾਰਜ ਇਕੱਠੇ ਕਰਦਾ ਹੈ, ਆਪਣੇ ਜੀਵਨ ਨੂੰ ਵੀ ਸਾਧਦਾ ਹੈ ਤੇ ਨਾਲ ਜਪ ਸਾਧਨਾ ਨੂੰ, ਰਸਨਾ ਦੇ ਨਾਲ ਨਾਮ ਨੂੰ ਜਪਦਾ ਹੈ। ਇਸ ਤਰ੍ਹਾਂ ਦਾ ਵਿਅਕਤੀ ਥੋੜ੍ਹੇ ਦਿਨਾਂ ਦੇ ਵਿੱਚ ਆਪਣੇ ਆਪ ਨੂੰ ਭਾਵੇਂ ਕਿੰਨਾ ਲੁਕਾਉਣਾ ਚਾਹੇ, ਉਹਦੇ ਲੁਕਾਉਣ ਦੇ ਕੋਈ ਸਾਧਨ ਨਹੀਂ, ਉਹ ਕਦੀ ਛਪ ਨਹੀਂ ਸਕਦਾ। ਉਹਦਾ ਜਿਹੜਾ ਪ੍ਰਭਾਵ ਹੈ ਬਾਹਰ ਆ ਜਾਏਗਾ। ਭਾਈ ਗੁਰਦਾਸ ਜੀ ਨੇ ਤੇ ਖੁੱਲ੍ਹ ਕੇ ਉਦਾਹਰਨਾਂ ਦਿੱਤੀਆਂ ਨੇ। ਖੈਰ, ਸਤਿਗੁਰੂ ਗੁਰੂ ਅਰਜਨ ਦੇਵ ਕਹਿੰਦੇ ਨੇ, 8 ਪਹਿਰ ਹਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਪਰ ਇਹ ਖਿਆਲ ਰੱਖਣਾ ਚਾਹੀਦਾ ਜਪਣ ਵਾਲੇ ਨੂੰ ਕਿ ਉਹ ਜਪ ਇਸ ਵਾਸਤੇ ਨਾ ਕਰੇ ਕਿ ਮੈਂ ਪ੍ਰਗਟ ਹੋ ਜਾਵਾਂ, ਕਿਉਂਕਿ ਇਸ ਤਰ੍ਹਾਂ ਦੇ ਵੀ ਜਪ ਤਪ ਨੇ। ਜਦੋਂ ਪਰਮਾਤਮਾ ਦੇ ਨਾਮ ਦੀ ਅਸੀਂ ਗੱਲ ਸੁਣਨੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ, ਤੇ ਭਗਤ ਰਵਿਦਾਸ ਜੀ ਨੂੰ ਲੈ ਲਈਏ, ਸਾਫ਼ ਲਿਖਿਆ, ਉਹ ਰਵਿਦਾਸ ਭਗਤ ਜਿਹਦੀ ਇੱਕ ਮੋਚੀ ਦੀ ਦੁਕਾਨ ਹੈ, ਜਿਹਦੇ ਹੱਥਾਂ ਵਿੱਚ ਪਸ਼ੂਆਂ ਦੀ ਖੱਲ ਲਾਉਣ ਵਾਲੇ ਔਜ਼ਾਰ ਨੇ, ਜਿਹਦੀ ਜਾਤ ਉਹ ਖੁਦ ਕਹਿੰਦੇ ਨੇ, ਮੇਰੀ ਜਾਤ ਕੁੱਟ ਬਾਂਡਲਾ, ਚੰਮ ਕੁੱਟਣ ਵਾਲੀ ਤੇ ਚੰਮ ਵੱਢਣ ਵਾਲੀ ਜਾਤ, ਕੋਈ ਨਾਮ ਨਹੀਂ ਕਿਤੇ। ਤੇ ਜਦੋਂ ਉਸ ਭਗਤ ਰਵਿਦਾਸ ਦੇ ਹਿਰਦੇ ਵਿੱਚ ਨਾਮ ਟਿਕਿਆ, ਸਿਮਰਨ ਆ ਗਿਆ, ਪਰਮਾਤਮਾ ਦੀ ਯਾਦ ਆ ਗਈ, ਤੇ ਐਸੇ ਭਗਤ ਰਵਿਦਾਸ ਉਹ ਖੁਦ ਕਹਿੰਦੇ ਨੇ, ਜਿਸ ਰਵਿਦਾਸ ਨੂੰ ਪੁੱਛਦਾ ਕੋਈ ਨਹੀਂ ਸੀ, ਅੱਜ ਕਾਸ਼ੀ ਦੇ ਪੰਡਤ ਤੇ ਇੱਥੋਂ ਦੇ ਭੂਪਤੀ ਰਾਜੇ ਜਿਹੜੇ ਨੇ, ਉਹ ਸਾਰੇ ਰਵਿਦਾਸ ਦੇ ਸਾਹਮਣੇ ਆ ਕੇ ਬੈਠ ਗਏ ਤੇ ਉਹਨਾਂ ਨੇ ਕਿਹਾ, ਰਵਿਦਾਸ ਜੀ ਤੁਹਾਡਾ ਗਿਆਨ ਕਿੱਥੋਂ ਆਇਆ ਹੈ, ਤੁਹਾਡੇ ਸ਼ਬਦ ਕਿੱਥੋਂ ਆ ਰਹੇ ਨੇ? ਇਹ ਉਹਨਾਂ ਨੂੰ ਪ੍ਰਗਟ ਕਰ ਦਿੱਤਾ ਨਾਮ ਨੇ। ਉਹਨਾਂ ਦਾ ਆਪਣੀ ਪੰਕਤੀ ਹੈ, ਮੇਰੀ ਜਾਤ ਕੁੱਟ ਬਾਂਡਲਾ, ਕੁੱਟ ਬਾਂਡਲਾ ਦਾ ਅਰਥ ਹੈ ਚੰਮ ਕੁੱਟਣਾ ਤੇ ਚੰਮ ਵੱਢਣਾ। ਮੇਰੀ ਜਾਤ ਕੁੱਟ ਬਾਂਡਲਾ, ਢੋਰ ਢੋਹੰਤਾ, ਢੋਰ ਦੇ ਅਰਥ ਨੇ ਮਰੇ ਹੋਏ ਪਸ਼ੂ। ਮੈਂ ਢੋਰ ਢੋਣ ਵਾਲਾ ਵਿਅਕਤੀ ਹਾਂ। ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ, ਬਨਾਰਸ ਦੇ ਨੇੜੇ ਨੇੜੇ ਕਿਤੇ ਪਸ਼ੂ ਮਰਦੇ ਸਨ ਤੇ ਭਗਤ ਰਵਿਦਾਸ ਜੀ ਉਹਨਾਂ ਨੂੰ ਚੁੱਕ ਕੇ ਲਿਆਉਂਦੇ ਸਨ। ਮੇਰੀ ਜਾਤ ਕੁੱਟ ਬਾਂਡਲਾ, ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ, ਤੇਰੇ ਨਾਮ ਸ਼ਰਨਾਏ। ਕਹਿੰਦੇ ਜਦੋਂ ਤੇਰੇ ਨਾਮ ਦੇ ਸ਼ਰਨ ਵਿੱਚ ਆ ਗਏ, ਅਬ ਵਿਪਰ ਪ੍ਰਧਾਨ ਤੇ ਡੰਡੌਤ ਕਰੈ। ਕਹਿਣ ਲੱਗੇ ਹੁਣ ਇਸ ਬਨਾਰਸ ਦੇ ਪ੍ਰਧਾਨ ਤੇ ਇਸ ਬਨਾਰਸ ਦੇ ਵਿਪਰ ਦੇ ਅਰਥ ਨੇ ਵਿਦਵਾਨ, ਉਸ ਰਵਿਦਾਸ ਨੂੰ ਆ ਕੇ ਮੱਥਾ ਟੇਕਦੇ ਨੇ, ਡੰਡੌਤ ਕਰਦੇ ਨੇ। ਇਹ ਕਿਉਂ ਆਇਆ? ਕਹਿਣ ਲੱਗੇ ਤੇਰੇ ਨਾਏ ਸਰਨਾਏ ਰਵਿਦਾਸ ਦਾਸਾ। ਜਦੋਂ ਰਵਿਦਾਸ ਦੇ ਮਨ ਵਿੱਚ ਸਿਮਰਨ ਦੀ ਦਾਤ ਵਸ ਗਈ, ਪ੍ਰਗਟ ਹੋਏ। ਕਬੀਰ ਸਾਹਿਬ ਬਾਰੇ ਸ਼ਬਦ ਆਉਂਦੇ ਨੇ ਕਿ ਹਰਿ ਕੈ ਨਾਮ ਕਬੀਰ ਉਜਾਗਰ। ਪਰਮਾਤਮਾ ਦੇ ਨਾਮ ਨੂੰ ਜਪਣ ਨਾਲ ਕਬੀਰ ਸਾਹਿਬ ਜੀ ਪ੍ਰਗਟ ਹੋ ਗਏ। ਜਨਮ ਜਨਮ ਕੇ ਕਾਟੇ ਕਾਗਰ, ਜਨਮ ਜਨਮ ਕੇ ਫਾਟੇ ਕਾਗਰ। ਉਹਨਾਂ ਦੇ ਕਰਮਾਂ ਦੇ ਕਈ ਜਨਮਾਂ ਦੇ ਕਾਗਜ਼ ਫਟ ਗਏ।
ਹੋਰ ਭਗਤਾਂ ਦਾ ਜ਼ਿਕਰ ਕੀਤਾ ਕਿ ਨਾਮਦੇਵ ਕੱਪੜੇ ਰੰਗਣ ਵਾਲੇ ਸਨ। ਛੀਪਾ ਕਹਿੰਦੇ ਸਨ ਲੋਕ ਉਹਨਾਂ ਨੂੰ, ਅੱਡੀ ਕੌਡੀ ਦਾ ਛੀਪਾ ਕਹਿੰਦੇ ਸਨ। ਤੇ ਨਾਮਦੇਵ ਦੀ ਇੰਨੀ ਅਵਸਥਾ ਉੱਚੀ ਬਣ ਗਈ, ਉਹ ਵੀ ਪ੍ਰਗਟ ਹੋ ਗਏ। ਇੱਕ ਆਮ ਆਦਮੀ, ਲੋਕਾਂ ਦੇ ਸੁਨੇਹੇ ਦੇਣ ਵਾਲੇ ਭਗਤ, ਜਿਨ੍ਹਾਂ ਨੂੰ ਸੈਣ ਭਗਤ ਜੀ ਕਹਿੰਦੇ ਨੇ, ਨਾਈ ਜਾਤ ਵਿੱਚੋਂ ਸਨ, ਉਹ ਪ੍ਰਗਟ ਹੋ ਗਏ। ਔਰ ਧੰਨੇ ਜੱਟ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਨੇ ਕੀਤਾ, ਉਹ ਵੀ ਪ੍ਰਗਟ ਹੋਏ। ਮੈਂ ਬੇਨਤੀ ਕਰ ਰਿਹਾ ਸਾਂ, ਜਦੋਂ ਅਸੀਂ ਇਸ ਤਰ੍ਹਾਂ ਦੀਆਂ ਸਾਖੀਆਂ ਸੁਣਨੇ ਆ ਨਾ ਕਿ ਜਿਨ੍ਹਾਂ ਨੇ ਨਾਮ ਜਪਿਆ ਉਹ ਦੁਨੀਆ ਦੇ ਨਕਸ਼ੇ ਤੇ ਉਜਾਗਰ ਹੋ ਗਏ, ਉੱਥੇ ਸੁਣਨ ਵਾਲਿਆਂ ਵਿੱਚ ਦੋ ਤਰ੍ਹਾਂ ਦੇ ਰਸਤੇ ਨਿਕਲਦੇ ਨੇ। ਇੱਕ ਤੇ ਸੁਣਨ ਵਾਲਾ ਸੋਚਦਾ ਹੈ ਅਸੀਂ ਵੀ ਉਹਨਾਂ ਵਾਂਗ ਜਪੀਏ ਤੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਈਏ, ਉਜਾਗਰ ਉਹ ਵੀ ਹੋ ਜਾਂਦੇ ਨੇ, ਉਹ ਠੀਕ ਰਸਤਾ ਹੈ। ਪਰ ਕੁਝ ਲੋਕ ਇੱਥੇ ਗਲਤੀ ਕਰ ਲੈਂਦੇ ਨੇ, ਉਹ ਕਹਿੰਦੇ ਨੇ ਭਗਤ ਪ੍ਰਗਟ ਹੋਏ ਸਨ, ਆਪਾਂ ਵੀ ਜਪ ਲਈਏ, ਆਪਾਂ ਵੀ ਪ੍ਰਗਟ ਹੋ ਜਾਵਾਂਗੇ। ਇਹ ਨਾਮ ਗੁਰਮਤਿ ਦਾ ਨਹੀਂ, ਪ੍ਰਗਟ ਹੋਣ ਵਾਸਤੇ ਨਹੀਂ। ਜਦੋਂ ਇਸ ਰਾਹ ਤੇ ਬੰਦਾ ਤੁਰਦਾ ਹੈ ਕਿ ਮੈਂ ਇੰਨੀਆਂ ਬਾਣੀਆਂ ਪੜ੍ਹਾਂਗਾ ਤੇ ਮੈਂ ਲੋਕਾਂ ਦੇ ਸਾਹਮਣੇ ਆ ਜਾ, ਮੈਂ ਇੰਨੇ ਸ਼ਬਦ ਇੰਨੀ ਵਾਰੀ ਪੜ੍ਹਾਂਗਾ ਤੇ ਲੋਕ ਮੇਰੇ ਆ ਕੇ ਅੱਗੇ ਝੁਕਣ ਲੱਗ ਪੈਣਗੇ, ਇਹ ਗੁਰਮਤਿ ਤੋਂ ਦੂਰ ਜਾਣ ਵਾਲੀ ਦਸ਼ਾ ਹੈ। ਹਾਂ, ਸਤਿਗੁਰੂ ਨੇ ਕਿਹਾ ਤੂੰ ਸ਼ਬਦ ਪੜ੍ਹ, ਤੂੰ ਬਾਣੀ ਪੜ੍ਹ, ਤੂੰ ਸਿਮਰਨ ਕਰ, ਤੂੰ ਅਭਿਆਸ ਕਰ, ਤੂੰ ਸੇਵਾ ਕਰ, ਇੱਛਾ ਨਾ ਰੱਖੀ ਸੰਸਾਰ ਝੁਕੇ ਮੇਰੇ ਅੱਗੇ। ਤੇ ਜਿੰਨਾ ਤੂੰ ਨਿਰਇੱਛਿਤ ਹੋ ਕੇ ਜਪੇਂਗਾ, ਤੂੰ ਇਸ ਸੰਸਾਰ ਦੀ ਗੱਲ ਕਰਨਾ ਹੈ। ਇਹਦੇ ਤੋਂ ਬਿਨਾਂ ਜਿਹੜਾ ਸੰਸਾਰ ਦਿਸਣ ਤੋਂ ਰਹਿ ਤੇ ਉਹ ਦੁਨੀਆ ਵੀ ਤੇਰੇ ਅੱਗੇ ਆ ਕੇ ਝੁਕ ਜਾਏਗੀ। ਸਾਰਾ ਸੰਸਾਰ ਬ੍ਰਹਿਮੰਡ ਉਸ ਬੰਦੇ ਦਾ ਸੇਵਕ ਹੈ। ਉਸ ਬੰਦੇ ਦੇ ਚੌਹਾਂ ਪਾਸੇ ਇੱਕ ਕ੍ਰਾਂਤੀ ਰਹਿੰਦੀ ਹੈ, ਉਹਦੇ ਚੌਹਾਂ ਪਾਸੇ ਇੱਕ ਹਵਾ ਹੈ, ਜਿਹਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਉਹ ਕਿਵੇਂ ਦਾ ਵਿਅਕਤੀ ਹੈ ਜਿਹਦੇ ਕੋਲ ਰਹਿੰਦਿਆਂ ਬੰਦੇ ਨੂੰ ਧਰਮ ਦੀ ਘਾਲਣਾ ਨਹੀਂ ਘਾਲਣੀ ਪੈਂਦੀ। ਨਹੀਂ ਤੇ ਬੰਦਾ ਵੇਖੋ ਕਿੰਨੇ ਕਰਮ ਕਰਦਾ ਹੈ। ਵੈਸੇ ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਈ ਥਾਵਾਂ ਤੇ ਇਹ ਵਿਚਾਰ ਪਰਪੱਕ ਤੌਰ ਤੇ ਦਿੱਤਾ ਗਿਆ। ਹਜ਼ੂਰ ਕਹਿੰਦੇ ਨੇ ਤੂੰ ਕਰ ਸੇਵਾ, ਬਹੁਤ ਚੰਗੀ ਹੈ, ਕਰ ਸਿਮਰਨ, ਕਰ ਜਪ, ਬਾਣੀ ਪੜ੍ਹ, ਧਰਮ ਦੇ ਕਾਰਜ ਸਾਰੇ ਕਰੀਂ। ਪਰ ਦਰਵਾਜ਼ਾ ਕਿੱਥੋਂ ਮਿਲੇਗਾ? ਜਿਹੜੇ ਲੋਕਾਂ ਦੇ ਜੀਵਨ ਵਿੱਚ ਨਾਮ ਟਿਕ ਗਿਆ, ਜਿੰਨਾ ਚਿਰ ਤੂੰ ਉਹਨਾਂ ਦੀ ਸੋਭਤ, ਉਹਨਾਂ ਦੀ ਸੰਗਤ ਵਿੱਚ ਨਾ ਬੈਠਾ, ਤੇਰੇ ਪਰਮਾਤਮਾ ਦੇ ਘਰ ਨੂੰ ਜਾਣ ਵਾਲੇ ਰਸਤੇ ਨਹੀਂ ਖੁੱਲ੍ਹਣੇ। ਤੁਸੀਂ ਕਈ ਥਾਵਾਂ ਤੇ ਬਾਣੀ ਵਿੱਚ ਪੜ੍ਹੋ, ਸਾਹਿਬ ਇੱਕ ਬਚਨ ਕਹਿੰਦੇ ਨੇ, ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ। ਕੁੰਜੀ ਤੋਂ ਬਿਨਾਂ ਵੇਖੋ ਕਿੰਨਾ ਵੱਡਾ ਘਰ ਹੁੰਦਾ ਹੈ। 1000 ਗਜ ਦੇ ਵਿੱਚ ਘਰ ਹੈ, ਉਹਦੇ ਵਿੱਚ ਕਿੰਨੇ ਸਾਜੋ ਸਮਾਨ, ਤੇ ਘਰ ਵੀ ਬੰਦੇ ਦਾ ਆਪਣਾ ਹੁੰਦਾ ਹੈ। ਤੇ ਤੁਸੀਂ ਕਈ ਵਾਰੀ ਵੇਖੋਗੇ ਉਸ ਘਰ ਨੂੰ ਛੋਟਾ ਜਿਹਾ ਇੱਕ ਤਾਲਾ ਲੱਗਾ ਹੈ, ਤੇ ਤਾਲਾ ਤੇ ਫਿਰ ਵੀ ਵੱਡਾ ਹੈ, ਲੋਕ ਤੇ ਫਿਰ ਵੀ ਵੱਡਾ ਹੈ। ਉਸ ਲੋਕ ਨੂੰ ਖੋਲ੍ਹਣ ਵਾਲੀ ਇੱਕ ਛੋਟੀ ਜਿਹੀ ਚਾਬੀ ਹੈ। ਜੇ ਚਾਬੀ ਬੰਦੇ ਤੋਂ ਕਿਤੇ ਗਵਾਚ ਜਾਏ ਤੇ ਸਾਰਾ ਘਰ ਉਹਦੇ ਘਰ ਹੱਥੋਂ ਖੁੱਸ ਜਾਂਦਾ ਹੈ, ਉਹਦਾ ਤਾਲਾ ਨਹੀਂ ਖੁੱਲ੍ਹਦਾ। ਛੋਟੀ ਜਿਹੀ ਚਾਬੀ ਤੋਂ ਬਿਨਾਂ, ਕੁੰਜੀ ਤੋਂ ਬਿਨਾਂ। ਕੁੰਜੀ ਕਿਹਨਾਂ ਦੇ ਕੋਲ ਹੈ? ਇੱਥੇ ਸਤਿਗੁਰੂ ਨੇ ਗੁਰਮੁਖਾਂ ਵੱਲ ਇਸ਼ਾਰਾ ਕੀਤਾ ਹੈ ਕਿ ਤੂੰ ਉਹਨਾਂ ਦੀ ਸੰਗਤ ਵਿੱਚ ਰਹੇਂਗਾ, ਉਹ ਚਾਬੀ ਤੇਰੇ ਹੱਥ ਵਿੱਚ ਆਏਗੀ, ਤੇਰੇ ਜੀਵਨ ਦੇ ਦਰਵਾਜ਼ੇ ਖੁੱਲ੍ਹ ਜਾਣਗੇ। ਇਸ ਕਰਕੇ ਇਸ ਸ਼ਬਦ ਵਿੱਚ ਮੈਂ ਬੇਨਤੀ ਕਰ ਰਿਹਾ ਸੀ, ਸਿਮਰਨ ਦੇ ਸੰਬੰਧ ਵਿੱਚ। ਸਿਮਰਨ ਕੀ ਹੈ? ਇਹਦੇ ਸੰਬੰਧ ਵਿੱਚ ਸੰਸਾਰ ਨੂੰ ਧੋਖਾ ਦੇਣਾ ਬਹੁਤ ਸੌਖਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇੱਕ ਆਦਮੀ ਕੋਲ ਜਾਂਦੇ ਨੇ ਇੱਕ ਥਾਂ ਤੇ ਪਿੰਡ ਦੇ ਬਾਹਰ ਸੀ ਡੇਰਾ। ਉਸ ਨਗਰ ਦੇ ਅੰਦਰ ਮੈਂ ਗੱਲ ਕਰ ਰਿਹਾ ਸੀ, ਸਿਮਰਨ ਕੀ ਹੈ? ਇਹਦੇ ਸੰਬੰਧ ਵਿੱਚ ਬਹੁਤ ਧੋਖਾ ਚੱਲਦਾ ਰਿਹਾ ਸੰਸਾਰ ਵਿੱਚ ਸ਼ੁਰੂ ਤੋਂ ਲੈ ਕੇ। ਧਰਮ ਦੀਆਂ ਵਿਧੀਆਂ ਤੇ ਅੱਜ ਵੀ ਜਿਹੜਾ ਸਿਮਰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਿਹਾ, ਅਸੀਂ ਸਿਰਫ ਸਰੀਰ ਦੀ ਐਕਸਰਸਾਈਜ਼ ਨੂੰ ਸਿਮਰਨ ਕਹਿਣਾ ਸ਼ੁਰੂ ਕਰ ਦਿੱਤਾ ਹੈ। ਇਹ ਤੇ ਕਿਰਿਆ ਹੈ, ਸਿਮਰਨ ਨਹੀਂ ਹੈ। ਸਿਮਰਨ ਹੋਰ ਚੀਜ਼ ਹੈ, ਕਿਰਿਆ ਹੋਰ ਚੀਜ਼ ਹੈ। ਕਿਰਿਆ ਦਾ ਅਰਥ ਹੈ ਜਿਵੇਂ ਬੰਦਾ ਪ੍ਰਸ਼ਾਦਾ ਪਕਾਉਂਦਾ, ਆਟਾ ਪੀਂਦਾ, ਆਟਾ ਗੁੰਨਦਾ, ਅੱਗ ਬਾਲਦਾ, ਇਹ ਸਾਰੀ ਕਿਰਿਆ ਹੈ।
ਜਦੋਂ ਪ੍ਰਸ਼ਾਦਾ ਤਿਆਰ ਹੋ ਜਾਂਦਾ ਉਹਨੂੰ ਛਕਦਾ, ਉਹ ਵੀ ਕਿਰਿਆ ਹੈ, ਪਰ ਜਦੋਂ ਛਕਣ ਤੋਂ ਬਾਅਦ ਚੰਗੀ ਤਰ੍ਹਾਂ ਹੱਥ ਧੋ ਕੇ ਬਹਿੰਦਾ ਹੈ ਨਾ, ਤੇ ਅੰਦਰ ਇੱਕ ਤ੍ਰਿਪਤੀ ਮਹਿਸੂਸ ਹੁੰਦੀ ਹੈ ਕਿ ਹੁਣ ਮੇਰਾ ਸਰੀਰ ਰੱਜ ਗਿਆ, ਟਿਕ ਗਿਆ। ਉਹ ਤ੍ਰਿਪਤੀ ਜਿਹੜੀ ਹੈ ਉਹਨੂੰ ਕਹਿੰਦੇ ਨੇ ਸਿਮਰਨ। ਉਹਦੇ ਤੋਂ ਪਹਿਲਾਂ ਜਪ ਲਈਏ, ਉੱਚੀ ਜਪ ਲਈਏ, ਕੀਰਤਨ ਕਰ ਲਈਏ, ਜੋ ਮਰਜ਼ੀ ਕਰ ਲਈਏ, ਸਾਰੀਆਂ ਕਿਰਿਆਵਾਂ ਨੇ, ਭਾਵੇਂ ਸਾਹ ਖਿੱਚ ਲਓ, ਭਾਵੇਂ ਕੁਝ ਕਰ ਲਓ, ਕਿਰਿਆਵਾਂ ਨੇ, ਉਹ ਸਿਮਰਨ ਨਹੀਂ ਹੈ। ਖਿਆਲ ਰੱਖੋ, ਸਿਮਰਨ ਅਖੀਰ ਤੇ ਜਦੋਂ ਬੰਦੇ ਦੇ ਅੰਦਰ ਤ੍ਰਿਪਤੀ ਆ ਜਾਏ। ਹਾਂ, ਉਹ ਪਹਿਲੀਆਂ ਅਵਸਥਾਵਾਂ ਨੇ, ਪਰ ਉਹਨਾਂ ਨੂੰ ਵੀ ਗਲਤ ਢੰਗ ਨਾਲ ਕਿਹਾ ਜਾ ਸਕਦਾ ਹੈ। ਸਤਿਗੁਰੂ ਨੇ ਸਿਮਰਨ ਦੇ ਸੰਬੰਧ ਵਿੱਚ ਮੈਂ ਬੇਨਤੀ ਕਰ ਰਿਹਾ ਸਾਂ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇੱਕ ਨਗਰ ਵਿੱਚ ਜਾਂਦੇ ਨੇ, ਤੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕੀਰਤਨ ਹੋ ਗਿਆ, ਭਾਈ ਮਰਦਾਨਾ ਜੀ ਨੇ ਰਬਾਬ ਵਜਾਈ, ਸਮਾਪਤੀ ਹੋਈ। ਗੁਰੂ ਨਾਨਕ ਸਾਹਿਬ ਬੈਠੇ ਨੇ, ਤੇ ਮਰਦਾਨੇ ਨੂੰ ਪਤਾ ਲੱਗ ਜਾਂਦਾ ਸੀ ਵੀ ਅੱਜ ਗੁਰੂ ਸਾਹਿਬ ਕਿਸੇ ਸ਼ਿਕਾਰ ਦੀ ਖੋਜ ਵਿੱਚ ਨੇ। ਸ਼ਿਕਾਰ ਦਾ ਮਤਲਬ ਅੱਜ ਕਿਸੇ ਨਾ ਕਿਸੇ ਭਟਕੇ ਹੋਏ ਨੂੰ ਉਹਨਾਂ ਨੇ ਰਾਹ ਤੇ ਪਾ ਦੇਣਾ, ਜਿਹੜਾ ਖੁਦ ਵੀ ਭਟਕਿਆ ਤੇ ਜਿਹੜਾ ਕਈਆਂ ਨੂੰ ਭਟਕਾ ਰਿਹਾ ਹੈ। ਸਤਿਗੁਰੂ ਕਿਸੇ ਤੇਵਰ ਵਿੱਚ ਉਹਨਾਂ ਦੇ ਚਿਹਰੇ ਤੇ ਅੱਜ ਕੁਝ ਤੇਜ਼ੀ ਲੱਗਦੀ ਏ, ਤੇ ਭਾਈ ਮਰਦਾਨੇ ਦੇ ਸ਼ਬਦ ਸਨ ਕਿ ਸੱਚੇ ਪਾਤਸ਼ਾਹ ਅੱਜ ਕਿਹੜੇ ਬੰਦੇ ਨੂੰ ਕੁਰਾਹ ਤੋਂ ਚੁੱਕ ਕੇ ਰਾਹ ਪਾਉਣਾ ਤੁਸੀਂ। ਤੇ ਸਤਿਗੁਰਾਂ ਨੇ ਕਿਹਾ, ਮਰਦਾਨਿਆਂ ਉੱਠ, ਆਪਣੀ ਰਬਾਬ ਚੁੱਕ, ਚੱਲੀਏ। ਇੱਕ ਵਿਅਕਤੀ ਆਪ ਤੇ ਭੁੱਲਿਆ, ਉਹਨੂੰ ਇਹ ਵੀ ਪਤਾ ਮੈਂ ਖੁਦ ਭੁੱਲਿਆ ਹਾਂ, ਤੇ ਲੋਕਾਂ ਨੂੰ ਡੰਬ ਪਖੰਡ ਕਰਕੇ ਵਿਖਾਉਂਦਾ ਹੈ। ਜਿਹੜੇ ਜਾਣ ਵਾਲੇ ਨੇ ਉਹਨਾਂ ਨੂੰ ਵੀ ਕੁਰਾਏ ਪਾ ਰਹੇ। ਤੁਰ ਕੇ ਗਏ, ਅੱਗੇ ਕੀ ਵੇਖਦੇ ਨੇ, ਇੱਕ ਵਿਅਕਤੀ ਚੌਂਕੜਾ ਲਾ ਕੇ ਬੈਠਾ, ਮਾਲਾ ਉਹਦੇ ਗਲ ਵਿੱਚ, ਮੱਥੇ ਦੇ ਤਿਲਕ ਦੱਸਦੇ ਨੇ ਧਰਮੀ ਵਿਅਕਤੀ ਹੈ। ਚੌਂਕੜਾ ਲਾ ਕੇ ਅੱਖਾਂ ਉਹਦੀਆਂ ਬੰਦ ਨੇ, ਸਿਰ ਉਤਾਂ ਨੂੰ ਆਕਾਸ਼ ਵੱਲ ਵੇਖ ਰਿਹਾ, ਤਾੜੀ ਲੱਗੀ ਹੋਈ ਹੈ। ਕਹਿੰਦਾ 5-7 ਸਰੀਰ ਇੱਧਰ ਬੈਠੇ ਨੇ, 5 ਅੱਗੇ ਬੈਠੇ ਨੇ। ਜਿਹੜਾ ਆਉਂਦਾ ਉਹ ਆਪੋ ਆਪਣੀ ਗੱਲ ਕਹਿੰਦਾ ਹੈ ਵੀ ਮੇਰੇ ਕੰਮ ਬਾਰੇ ਦੱਸੋ, ਸੰਸਾਰ ਦੀ ਕੋਈ ਨਾ ਕੋਈ ਗੱਲ ਕਰਦਾ। ਤੇ ਜਦੋਂ ਗੱਲ ਕਰਦਾ ਤੇ ਉਹ ਅੱਖਾਂ ਬੰਦ ਕਰਕੇ ਕਹਿੰਦਾ ਵੀ ਸਾਡੀ ਜਿਹੜੀ ਸਮਾਧੀ ਹੈ, ਇਸ ਵੇਲੇ ਉਹ ਕਹਿੰਦਾ ਮੈਂ ਸਾਰੀ ਤਰਲੋਕੀ ਨੂੰ ਵੇਖ ਰਿਹਾ, ਸਾਰੀ ਦੁਨੀਆ ਦੇ ਦਰਸ਼ਨ ਮੇਰੇ ਹੋ ਰਹੇ ਨੇ, ਤੇ ਜਿਹੜਾ ਜੋ ਕੁਝ ਤੁਸੀਂ ਖਬਰ ਲੈਣੀ ਮੈਨੂੰ ਦੱਸ ਦਿਓ। ਜਦੋਂ ਇਸ ਤਰ੍ਹਾਂ ਉਹ ਕਹਿੰਦਾ ਹੈ ਤੇ ਸਤਿਗੁਰੂ ਪਿੱਛੇ ਆ ਕੇ ਖੜੇ ਹੋ ਗਏ। ਹੁਣ ਜਿਹੜਾ ਆਮ ਬੰਦਾ ਸੀ, ਉਹਨਾਂ ਇਹ ਸੋਚਿਆ ਵੀ ਇਹ ਵੀ ਕੋਈ ਇਸ ਤਰ੍ਹਾਂ ਦੇ ਸੰਸਾਰੀ ਤੌਰ ਤੇ ਕੋਈ ਕੰਮ ਕਰਾਉਣ ਵਾਸਤੇ ਆਏ ਨੇ ਸਾਧੂ ਕੋਲੋਂ, ਕਿਉਂਕਿ ਕੱਪੜੇ ਆਮ ਹੁੰਦੇ ਸਨ ਬਾਬੇ ਦੇ, ਆਮ ਵਸਤਰ ਗੁਰੂ ਨਾਨਕ ਦੇ, ਆਮ ਵਸਤਰ ਮਰਦਾਨੇ ਦੇ। ਤੇ ਇੱਕ ਪਿੱਛੇ ਬੈਠੇ ਉਹਦੇ ਚੇਲੇ ਨੇ ਕਿਹਾ ਵੀ ਤੁਸੀਂ ਵੀ ਜਿਹੜਾ ਕੋਈ ਗੱਲ ਕਰਨੀ ਇਹਨਾਂ ਦੇ ਨਾਲ, ਕੁਝ ਪੁੱਛਣਾ ਤੇ ਪੁੱਛ ਲਓ। ਇਸ ਸਮੇਂ ਉਹਨਾਂ ਦੀ ਸੁਰਤ ਤਰਲੋਕੀ ਤੋਂ ਪਾਰ ਕਰ ਚੁੱਕੀ ਹੈ, ਬੈਠੇ ਇੱਥੇ ਨੇ। ਸਤਿਗੁਰਾਂ ਨੇ ਕਿਹਾ ਭਾਈ ਕੋਈ ਨਹੀਂ, ਅਸੀਂ ਇਹਨਾਂ ਨੂੰ ਪੁੱਛਣੇ ਆ ਵੀ ਤਰਲੋਕੀ ਵਿੱਚ ਕੀ ਹੈ। ਮਰਦਾਨੇ ਨੂੰ ਕਿਹਾ, ਮਰਦਾਨਿਆਂ ਇਹਦੇ ਅੱਗੇ ਜਿਹੜਾ ਡੱਬਾ ਪਿਆ ਨਾ ਪੈਸਿਆਂ ਵਾਲਾ, ਸਹਿਜ ਨਾਲ ਜਾਈ, ਜੋੜਾ ਪਿੱਛੇ ਲਾ ਦੇ, ਪੈਰਾਂ ਦਾ ਆਵਾਜ਼ ਨਹੀਂ ਆਉਣਾ ਚਾਹੀਦਾ। ਇਹਦੇ ਅੱਗੇ ਇੱਕ ਡੱਬਾ ਪਿਆ ਹੋਇਆ ਸੀ, ਉਹਦੇ ਵਿੱਚ ਲੋਕ ਆ ਕੇ ਪੈਸੇ ਪਾਉਂਦੇ ਸਨ, ਤੇ ਇਹ ਉਹ ਪੈਸਿਆਂ ਵਾਲਾ ਡੱਬਾ ਹੀ ਵੇਖਦਾ ਸੀ ਪਿਆ ਵੀ ਜਿਹੜਾ ਕੰਢਿਆਂ ਤੱਕ ਆਵੇ ਤੇ ਸਮਾਪਤੀ ਕਰ ਦਿਆ। ਵਿੱਚੋਂ ਅੱਖ ਖੋਲ ਕੇ ਵੇਖ ਲੈਂਦਾ ਸੀ ਵੀ ਜੇ ਤੇ ਨੇੜੇ ਲੱਗ ਗਈ ਗੱਲ, ਅੱਜ ਦਾ ਸਾਜੋ ਸਮਾਨ ਹੋ ਗਿਆ ਇਕੱਠਾ, ਫਿਰ ਤੇ ਸਮਾਧੀ ਉਸੇ ਵੇਲੇ ਟੁੱਟ ਜਾਣੀ ਸੀ, ਨਹੀਂ ਤੇ ਸਮਾਧੀ ਭਾਵੇਂ 2 ਘੰਟੇ ਹੋਰ ਵੀ ਚੱਲ ਜਾਂਦੀ। ਉੱਥੇ ਬੈਠਾ ਹੈ ਤੇ ਮਰਦਾਨੇ ਨੂੰ ਕਿਹਾ, ਮਰਦਾਨਿਆਂ ਉਦੋਂ ਕਰੀ ਜਦੋਂ ਅੱਖ ਬੰਦ ਕਰੇਗਾ, ਉਸ ਤੋਂ ਪਹਿਲਾਂ ਨਹੀਂ। ਜਾ ਉਹਦੇ ਅੱਗੋਂ ਪਿਆ ਹੋਇਆ ਮਾਇਆ ਵਾਲਾ ਡੱਬਾ ਚੁੱਕ ਕੇ ਉਹਦੇ ਪਿੱਛੇ ਰੱਖ ਦੇ। ਭਾਈ ਮਰਦਾਨਾ ਜੀ ਗਏ, ਸਹਿਜ ਅਸ਼ੋਪਲੇ ਜੈ ਉਸ ਡੱਬੇ ਨੂੰ ਹੱਥ ਪਾਇਆ ਤੇ ਉਸ ਸਾਧੂ ਦੇ ਪਿੱਛੇ ਰੱਖ ਦਿੱਤਾ। ਆਪ ਪਿੱਛੇ ਹੋ ਕੇ ਖੜੇ ਹੋ ਗਏ ਤੇ ਗੁਰੂ ਨਾਨਕ ਸਾਹਿਬ ਅੱਗੇ ਨੇ। ਜਦੋਂ ਅੱਗੇ ਗਏ ਤੇ ਸਤਿਗੁਰੂ ਸਾਹਮਣੇ ਖੜੇ ਨੇ। ਇਸ ਸਾਧੂ ਨੇ ਥੋੜ੍ਹੀ ਜਿਹੀ ਅੱਖ ਖੋਲ੍ਹੀ, ਵੈਸੇ ਉਹਨੂੰ ਖਬਰ ਸੀ ਵੀ ਗੁਰੂ ਨਾਨਕ ਇੱਧਰ ਆਏ ਹੋਏ ਨੇ। ਇਹਨੇ ਵੇਖਿਆ ਵੀ ਇਹ ਆਦਮੀ ਪਹਿਲਾਂ ਕਦੀ ਨਹੀਂ ਵੇਖਿਆ। ਅੱਖ ਖੋਲ੍ਹੀ ਤੇ ਗੁਰੂ ਸਾਹਿਬ ਵੱਲ ਵੇਖਦਾ। ਹਜ਼ੂਰ ਕਹਿੰਦੇ ਨੇ, ਯੋਗੀ ਰਾਜ ਦੁਨੀਆ ਵਿੱਚ ਕੀ ਹੋ ਰਿਹਾ ਹੈ ਦੱਸੋਗੇ? ਕਹਿਣ ਲੱਗੇ, ਹਾਂ ਜੋ ਕੁਝ ਵੀ ਹੋ ਰਿਹਾ ਹੈ ਹਮ ਸਭ ਬਤਾ ਦੇਤੇ ਹੈ। ਕਹਿਣ ਲੱਗੇ, ਪਹਿਲਾਂ ਇਹ ਦੱਸੋ ਤੁਹਾਡਾ ਡੱਬਾ ਕਿੱਥੇ ਗਿਆ ਜਿਹਦੇ ਵਿੱਚ ਮਾਇਆ ਪਾਉਂਦੇ ਹੋ? ਜਦੋਂ ਅੱਗੇ ਨਜ਼ਰ ਪਾਈ ਤੇ
ਉਹ ਜਿਹੜਾ ਬਰਤਨ ਸੀ, ਡੱਬਾ ਸੀ, ਅਲੋਪ ਸੀ, ਉਹ ਪਿੱਛੇ ਚਲਾ ਗਿਆ। ਉਹ ਚਲਾ ਗਿਆ, ਉਹਨੇ ਜਦੋਂ ਵੇਖਿਆ ਸਾਰੀ ਸਮਾਧੀ ਟੁੱਟ ਗਈ, ਗੁੱਸੇ ਵਿੱਚ ਆ ਗਿਆ, ਕੌਣ ਲੈ ਗਿਆ ਸਾਡਾ ਡੱਬਾ, ਕਿਸ ਨੇ ਚੁੱਕਿਆ? ਹਜ਼ੂਰ ਕਹਿੰਦੇ ਜੋਗੀ ਜੀ, ਇਹ ਤੇ ਕ੍ਰੋਧ ਵਿੱਚ ਆਉਣ ਵਾਲੀ ਗੱਲ ਹੀ ਕੋਈ ਨਹੀਂ, ਤੁਸੀਂ ਸਾਰੀ ਧਰਤੀ ਨੂੰ ਵਹਿੰਦੇ ਹੋ, ਡੱਬਾ ਦੇਖ ਲਓ ਕਿੱਥੇ ਗਿਆ, ਤੇ ਡੱਬਾ ਪਿੱਛੇ ਪਿਆ ਹੋਇਆ ਹੈ। ਕ੍ਰੋਧ ਵਿੱਚ ਆ ਗਿਆ। ਔਰ ਇਹ ਉਹ ਇਕੱਲਾ ਯੋਗੀ ਨਹੀਂ, ਅੱਜ ਵੀ ਇਸ ਤਰ੍ਹਾਂ ਦੇ ਲੋਕਾਂ ਦੀ ਕਮੀ ਨਹੀਂ। ਅਸੀਂ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਕੋਲ ਆਉਂਦੇ ਹਾਂ, ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਲੋਕ ਟੇਕਦੇ ਨੇ, ਤੇ ਅੱਗੇ ਦਾਲ ਜਿਹੜੀ ਚੜਾਉਣੀ ਉਹ ਪੰਡਤ ਨੂੰ ਪੁੱਛ ਕੇ ਜੋਤਸ਼ੀ ਨੂੰ ਆਉਣੀ ਹੈ। ਆ ਵਹਿੰਦੇ ਹੋ ਨਾ, ਛੋਟੀਆਂ ਛੋਟੀਆਂ ਪੁੜੀਆਂ ਦਾਲਾਂ ਦੀਆਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪਈਆਂ ਹੁੰਦੀਆਂ। ਇਹ ਕਿਉਂ ਹੁੰਦੀਆਂ ਨੇ? ਜੇ ਰਸਦ ਦੇਣੀ ਹੈ, ਜੇ ਲੰਗਰ ਵਿੱਚ ਰਸਦ ਪਾਉਣੀ ਹੈ ਤੇ ਇੱਕ ਦਿਨ ਲੈ ਆਵੋ। ਹੈਰਾਨੀ ਦੀ ਗੱਲ ਵੀ ਦੋ ਛਟਾਕਾਂ, ਕਦੀ ਕੋਈ ਦਾਲ। ਇੱਥੋਂ ਤੱਕ ਮੈਂ ਹੈਰਾਨ ਹੋ ਗਿਆ ਵੀ ਇੱਕ ਥਾਂ ਤੇ ਪ੍ਰਬੰਧਕਾਂ ਨੇ ਮੈਨੂੰ ਵਿਖਾਇਆ, ਕਹਿਣ ਲੱਗਿਆ ਵੇਖੋ ਆ ਦਾਲ ਦੇ ਵਿੱਚ ਛੋਟੇ ਕਿੱਲ ਮੇਖਾਂ ਜਿਹੜੀਆਂ ਨੇ ਪਾ ਕੇ ਕੋਈ ਗੁਰੂ ਅੱਗੇ ਧਰ ਗਿਆ। ਇੰਨਾ ਬੰਦਾ ਜਲੀਲ ਹੋ ਗਿਆ ਵੀ ਗੁਰੂ ਦੇ ਭੈ ਵੀ ਖਤਮ ਹੋ ਗਏ। ਉਹਨੂੰ ਇਹ ਵੀ ਨਹੀਂ ਪਤਾ ਵੀ ਗੁਰੂ ਗ੍ਰੰਥ ਸਾਹਿਬ ਤੈਨੂੰ ਜਾਣਦੇ ਨੇ ਪਏ। ਕਹਿਣ ਲੱਗੇ ਇਹਦਾ ਕੀ ਕਰੀਏ? ਰੋਜ਼ ਖਾਣ ਵਾਲੀਆਂ ਦਾਲਾਂ ਨੇ ਉਹਦੇ ਵਿੱਚ ਕਿੱਲ ਪਾ ਕੇ ਘਲ ਜਾਂਦੇ ਨੇ। ਮੈਂ ਪਿੱਛੇ ਦੂਖਨਿਵਾਰਨ ਸਾਹਿਬ ਉਦੋਂ ਕਥਾ ਕਰ ਰਿਹਾ ਸੀ, ਤੇ ਮੈਂ ਅੰਦਰ ਜਾ ਰਿਹਾ ਸੀ, ਉਹਨਾਂ ਮੈਨੂੰ ਪਰ ਜਿਹੜੇ ਸੇਵਾਦਾਰ ਸਨ ਦਿਖਾਇਆ। ਫਿਰ ਮੈਂ ਉੱਥੇ ਦੇ ਉੱਤੇ ਘੰਟਾ ਲਾਇਆ। ਮੈਂ ਕਿਹਾ ਵੀ ਬੰਦਾ ਹੋਰ ਕਿਤੇ ਕਿੱਲ ਠੋਕੇ ਜਾਂ ਪਾਇਓ ਤੇ ਗੱਲ ਵੱਖਰੀ, ਗੁਰੂ ਕੋਲ ਵੀ ਆ ਕੇ ਕੰਮ। ਪਰ ਬੰਦੇ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ, ਜਿਹੜਾ ਬੰਦਾ ਦੂਸਰੇ ਦੇ ਰਸਤੇ ਵਿੱਚ ਕਿੱਲ ਖਿਲਾਰਦਾ ਹੈ, ਉਹਨਾਂ ਕਿੱਲਾਂ ਦੇ ਉੱਤੋਂ ਬੰਦੇ ਨੂੰ ਆਪ ਲੰਘਣਾ ਪੈਂਦਾ ਹੈ। ਇਹ ਪਰ ਕੀ ਕਰੀਏ? ਸਾਨੂੰ ਨਾ ਤੇ ਜਪਜੀ ਸਾਹਿਬ ਪੜ੍ਹਨ ਦਾ ਸਮਾਂ ਹੈ, ਨਾ ਵਕਤ ਹੈ ਵੀ ਉਹਦੇ ਵਿੱਚ ਕੀ ਹੈ। ਦੂਸਰੀ ਗੱਲ, ਅਸੀਂ ਆਪਣੇ ਜੋ ਕੁਝ ਸਾਨੂੰ ਨਿਤਨੇਮ ਦਿੱਤਾ ਉਹ ਕਰਨ ਦਾ ਵਕਤ ਨਹੀਂ ਹੈ। ਇਸ ਕਰਕੇ ਉਹ ਜਿਹੜੇ ਇਹ ਸਾਰੀਆਂ ਚੀਜ਼ਾਂ ਨੇ, ਪੁੱਛਦੇ ਨੇ ਜੋਤਸ਼ੀ ਨੂੰ, ਉਹਨੂੰ ਪੁੱਛੋ ਵੀ ਜੇ ਤੇਰੇ ਵਿੱਚ ਕੋਈ ਕਲਾ ਹੈ ਤੇ ਤੂੰ ਗੁਰਦੁਆਰੇ ਕਿਉਂ ਕਰਨਾ ਹੈ? ਤੂੰ ਆਪ ਠੀਕ ਕਰ ਦੇ। ਪਰ ਇਹ ਧੰਦਾ ਸ਼ੁਰੂ ਤੋਂ ਚੱਲਦਾ ਰਿਹਾ ਹੈ, ਇਹ ਧੰਦਾ ਅੱਜ ਵੀ ਚੱਲਦਾ ਹੈ। ਤੇ ਗੁਰੂ ਸਾਹਿਬ ਨੇ, ਸਮਰੱਥ ਨੇ ਸੱਚੇ ਪਾਤਸ਼ਾਹ, ਉਹਨਾਂ ਨੇ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਸਿੱਖ ਨੂੰ ਕਰਕੇ ਦਿੱਤਾ ਹੈ। ਇਹ ਨਹੀਂ ਕਿ ਸੰਸਾਰ ਵਿੱਚ ਹੁੰਦਾ ਨਹੀਂ, ਖਿਆਲ ਰੱਖਣਾ। ਗੁਰੂ ਸਾਹਿਬ ਨੇ ਕਿਹਾ, ਜੇ ਤੂੰ ਮੇਰੇ ਹੁਕਮ ਵਿੱਚ ਵਿਚਰੇਗਾ, ਹਾਂ ਜੇ ਤੇਰੇ ਭਾਗਾਂ ਦੇ ਕੁਝ ਸੰਬੰਧ ਨੇ ਤੇ ਤੇਰੇ ਜੀਵਨ ਵਿੱਚ ਕੁਝ ਗਲਤ ਵਾਪਰਦਾ ਹੈ, ਉਹਦੇ ਸੰਬੰਧ ਵਿੱਚ ਮੈਂ ਤੈਨੂੰ ਸਹਾਰਾ ਦੇ ਦਿਆਂਗਾ, ਤੈਨੂੰ ਉਸ ਵਿਖੜੇ ਪੈਂਡੇ ਵਿੱਚੋਂ ਸਹਿਜੇ ਸਹਿਜੇ ਕਰਕੇ ਪਾਰ ਜ਼ਰੂਰ ਕੱਢ ਦਿਆਂਗਾ। ਉਹ ਤੇਰੇ ਭਾਗ ਹੋ ਸਕਦੇ ਨੇ। ਪਰ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੇ ਸ਼ਬਦ ਆਏ ਨੇ, ਜਿਨ੍ਹਾਂ ਦੇ ਵਿੱਚ ਪ੍ਰਤੱਖ ਤੌਰ ਤੇ ਇਹਨਾਂ ਚੀਜ਼ਾਂ ਨੂੰ ਰੋਕਣ ਵੱਲ ਇਸ਼ਾਰਾ ਕੀਤਾ ਗਿਆ। ਇਹ ਆਪਾਂ ਮੰਨਾਂਗੇ ਨਾ ਗੱਲਾਂ, ਸੁਚੇਤ ਜ਼ਰੂਰ ਕੀਤਾ ਸਿੱਖ ਨੂੰ। ਇਹਦਾ ਅਰਥ ਇਹ ਨਹੀਂ ਵੀ ਸਿੱਖ ਉਹਨਾਂ ਦਾ ਪੁਜਾਰੀ ਹੋ ਗਿਆ, ਸੁਚੇਤ ਕੀਤਾ, ਰਾਹ ਤੇ ਤੋਰਿਆ। ਤੁਸੀਂ ਕਦੀ ਵੇਖਣਾ ਬਈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬੜੇ ਸੰਸਾਰ ਵਿੱਚ ਗਏ ਨੇ। ਅਸੀਂ ਕਹਿੰਦੇ ਹਾਂ ਅਸੀਂ ਬੜੇ ਜਪੀ ਤਪੀ ਹਾਂ। ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਵੱਡਾ ਕੋਈ ਨਹੀਂ ਨਾ, ਸੁਚੇਤ ਉਹ ਵੀ ਰਹਿੰਦੇ ਸਨ। ਤੁਸੀਂ ਵੇਖੋ, ਸੱਜਣ ਠੱਗ ਦੇ ਘਰ ਗਏ ਨੇ, ਗਰਮ ਪਾਣੀ ਲਿਆ ਕੇ ਹੱਥ ਧੋਂਦੇ ਨੇ, ਕਹਿੰਦੇ ਅਸੀਂ ਨਹੀਂ ਧੋਣੇ। ਪਰਤ ਕੇ ਬੜਾ ਵਧੀਆ ਖਾਣਾ ਹੁੰਦਾ ਹੈ। ਭਾਈ ਮਰਦਾਨਾ ਕਹਿੰਦਾ ਮਹਾਰਾਜ ਭੁੱਖ ਲੱਗੀ, ਖਾ ਲਈਏ। ਹਜ਼ੂਰ ਕਹਿੰਦੇ ਮਰਦਾਨਿਆਂ ਨਾ ਖਾਈ, ਇਨਕਾਰ ਕਰ ਦਿੱਤਾ। ਭੁੱਖੇ ਰਹਿ ਰਾਤ, ਤਿਆਗ ਦਿੱਤਾ ਖਾਣਾ ਉਹਦਾ। ਨੂਰ ਜਾਂ ਸ਼ਾਹ ਦੇ ਕੋਲ ਜਾਂਦੇ ਨੇ, ਜਾਦੂਗਰਨੀ ਹੈ। ਉਸ ਜਾਦੂਗਰਨੀ ਨੇ ਕਈ ਪ੍ਰਕਾਰ ਦੇ ਭੋਜਨ ਪਕਾਏ ਨੇ, ਗੁਰੂ ਨਾਨਕ ਸਾਹਿਬ ਕੋਲ ਲੈ ਕੇ ਆਉਂਦੀ। ਬੜੀਆਂ ਸੁਗੰਧੀਆਂ ਹੁੰਦੀਆਂ ਨੇ। ਬਾਬੇ ਨਾਨਕ ਨੇ ਕਿਹਾ ਨਹੀਂ, ਇਹ ਨਹੀਂ ਵਰਤਨੇ ਮਰਦਾਨਿਆਂ। ਸੁਚੇਤ ਰਹਿਣਾ ਗੁਰੂ ਨੇ ਸਿਖਾਇਆ। ਇਹ ਨਹੀਂ ਕਿ ਸਾਹਮਣੇ ਖੱਡਾ ਹੈ ਤੇ ਸਿੱਖ ਕਵੇ ਮੈਂ ਬੜਾ ਸੂਰਮਾ, ਮੈਂ ਵਿੱਚੋਂ ਦੀ ਲੰਘਣਾ ਹੈ। ਉਹ ਆਪਣੀ ਸ਼ਕਤੀ ਨੂੰ ਗਵਾਏਗਾ ਬਿਨਾਂ ਕੰਮ ਤੋਂ। ਬਾਣੀ ਨਾਲ ਜੋੜਿਆ। ਔਰ ਫਿਰ ਜਦੋਂ ਉਸ ਨੂਰ ਸ਼ਾਹ ਦੇ ਨਾਲ ਗੱਲਬਾਤ ਹੋਈ ਤੇ ਬੜੇ ਸਾਧੂ ਸਨ ਜਿਨ੍ਹਾਂ ਉਹਨੇ ਮਿਸਮਰੇਜਮ ਦੇ ਰਾਹੀਂ ਕਾਬੂ ਕੀਤੇ ਹੋਏ ਸਨ ਉਸ ਥਾਂ ਤੇ। ਕਈ ਲੋਕ ਸਨ ਜਿਨ੍ਹਾਂ ਨੂੰ ਇਹ ਇੱਕ ਖੇਡ ਅੱਜ ਵੀ ਚੱਲਦੀ ਹੈ। ਮਿਸਮਰੇਜਮ ਬੜੀ ਵੱਡਾ ਵਿਗਿਆਨ ਹੈ। ਉਹਦੇ ਵਿੱਚ ਵਿਅਕਤੀ ਨੂੰ ਜਿਵੇਂ ਦਾ ਖਿਆਲ ਦਿੱਤਾ ਜਾਂਦਾ ਹੈ, ਉਹ ਉਸ ਤਰ੍ਹਾਂ ਹੀ ਮਹਿਸੂਸ ਕਰਨ ਲੱਗ ਪੈਂਦਾ ਹੈ, ਉਸ ਤਰ੍ਹਾਂ ਤੁਰਨ ਲੱਗ ਪੈਂਦਾ।
ਉਸ ਨੂੰ ਤੋੜਦਾ ਹੈ ਸ਼ਬਦ ਨਾਮ ਦੁਆਰਾ, ਪਰ ਉਹ ਨਾਮ ਉਸ ਸਰੀਰ ਵਿੱਚੋਂ ਆ ਰਿਹਾ ਹੋਵੇ ਜਿਹਨੇ ਨਾਮ ਦੀ ਕਮਾਈ ਕੀਤੀ, ਇਹ ਵੀ ਖਿਆਲ ਰੱਖਣਾ। ਖੈਰ, ਇਹ ਵਿਸ਼ਾ ਬਹੁਤ ਲੰਬਾ ਹੈ ਔਰ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਭਰਮ ਆਦਿਕ ਪੈਦਾ ਹੁੰਦੇ ਨੇ। ਗੁਰੂ ਸਾਹਿਬ ਉੱਥੇ ਗਏ, ਉਹਦਾ ਡੱਬਾ ਸੀ, ਮੈਂ ਉਸ ਬੰਦੇ ਦੀ ਗੱਲ ਕਰ ਰਿਹਾ ਸੀ ਜਿਹਦਾ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਆਉਂਦਾ ਹੈ। ਜਦੋਂ ਪਿੱਛੇ ਡੱਬਾ ਤੇ ਉਹਨੂੰ ਜੋਗੀ ਨੂੰ ਲੱਭਾ ਨਾ, ਬੜਾ ਕ੍ਰੋਧਿਤ ਕਿ ਸਾਡਾ ਸਮਾਨ ਕਿਹਨੇ ਚੁੱਕਿਆ, ਸਾਡਾ ਡੱਬਾ ਕਿਹਨੇ ਚੁੱਕ ਲਿਆ। ਭਾਈ ਮਰਦਾਨਾ ਪਿੱਛੇ ਖੜਾ ਸੀ, ਗੁਰੂ ਸਾਹਿਬ ਅੱਗੇ ਖੜੇ ਨੇ, ਵਿਚਕਾਰ ਉਹ ਬੈਠਾ ਹੈ। ਤੇ ਉੱਥੇ ਜਦੋਂ ਰੌਲਾ ਪੈ ਗਿਆ ਤੇ ਹਜ਼ੂਰ ਕਹਿੰਦੇ ਨੇ, ਪੰਡਤ ਜੀ ਯੋਗੀ ਰਾਜ ਚੁੱਪ ਕਰੋ, ਬੈਠ ਜਾਓ। ਉੱਥੇ ਬਹਿ ਗਏ। ਕਹਿੰਦੇ ਲਿਆ ਮਰਦਾਨਿਆਂ ਰਬਾਬ ਵਜਾ। ਉੱਥੇ ਰਬਾਬ ਵੱਜੀ ਤੇ ਕੀਰਤਨ ਹੋਇਆ, ਪਾਜ ਉਗੜ ਗਿਆ ਉਹਦੇ ਪਖੰਡ ਦਾ। ਤੇ ਉੱਥੇ ਕੀਰਤਨ ਦੇ ਵਿੱਚ ਸ਼ਬਦ ਗਾਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ, ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢਬ, ਥਾਨਿਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ, ਅੱਖੀ ਤਾਂ ਮੀਟੈ ਨਾਗ ਪਕੜੈ ਠੱਗਣ ਕੋ ਸੰਸਾਰ। ਤੇ ਇਹ ਅੱਖਾਂ ਬੰਦ ਕਰਕੇ ਕੀ ਕਹਿੰਦੇ ਨੇ, ਕਹਿਣ ਲੱਗੇ ਤਿੰਨਾਂ ਲੋਕਾਂ ਦੀ ਸੋਝੀ ਸਾਨੂੰ। ਵੈਸੇ ਤਿੰਨਾਂ ਲੋਕਾਂ ਦੀ ਗੱਲ ਕਰਦੇ ਨੇ, ਪਰ ਮਗਰ ਪਾਛੈ ਕਛ ਨਾ ਸੂਝੈ, ਇਹ ਪਦਮ ਅਲੋ ਸ਼ਬਦ ਬਹੁਤ ਪਿਆਰਾ ਹੈ। ਹਜ਼ੂਰ ਨੇ ਉੱਥੇ ਬਚਨ ਕੀਤੇ, ਕਾਲ ਨਾਹੀ। ਕਾਲ ਦਾ ਅਰਥ ਹੁੰਦਾ ਸਮਾਂ। ਕਹਿਣ ਲੱਗੇ ਯੋਗੀ ਇਸ ਕੰਮ ਦਾ ਹੁਣ ਸਮਾਂ ਨਹੀਂ ਜਿਹੜੇ ਕੰਮਾਂ ਵਿੱਚ ਤੁਸੀਂ ਪਏ ਹੋ। ਧਰਮ ਦੇ ਅਰਥ ਸਮਝੋ, ਧਰਮ ਕੀ ਹੈ? ਧਰਮ ਰਿੱਧੀਆਂ ਸਿੱਧੀਆਂ ਨਹੀਂ। ਧਰਮ ਇਸ ਤਰ੍ਹਾਂ ਦੇ ਪਖੰਡ ਕਰਨ ਨੂੰ ਧਰਮ ਨਹੀਂ ਕਹਿੰਦੇ। ਕਾਲ ਨਾਹੀ, ਇਹਦਾ ਹੁਣ ਵਕਤ ਨਹੀਂ। ਹੁਣ ਵਕਤ ਹੈ ਨਾਮ ਦਾ। ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨ ਰੁੱਤ ਨਾਹੀ ਨਾਹੀ ਮਤ ਭਰਮ, ਭੂਲੋ ਭੂਲੋ ਕਾਲ ਨਾਹੀ, ਇਹਦਾ ਸਮਾਂ ਨਹੀਂ। ਜੋਗ ਨਾਹੀ, ਫਿਰ ਜੋਗੀਆਂ ਦੇ ਕੋਲ ਯੋਗ ਕੋਈ ਨਹੀਂ, ਜੁੜੇ ਨਹੀਂ ਹੋਏ। ਨਾ ਹੀ ਸਤ ਕਾ ਢੱਬ, ਸਤ ਕਹਿੰਦੇ ਨੇ ਆਚਰਨ ਨੂੰ, ਕਰੈਕਟਰ ਨੂੰ, ਜੀਵਨ ਨੂੰ। ਢੱਬ ਦੇ ਅਰਥ ਨੇ ਤਰੀਕਾ। ਆਪਾਂ ਕਈ ਵਾਰੀ ਕਹਿੰਦੇ ਆ ਫਲਾਣੇ ਬੰਦੇ ਦਾ ਇਹ ਢੱਬ ਬਣ ਗਿਆ, ਢੋ ਲੱਗ ਗਿਆ, ਢੋ ਸ਼ਬਦ ਬਣ ਗਿਆ ਢੱਬ। ਢੋ ਦਾ ਅਰਥ ਤਰੀਕਾ ਬਣ ਗਿਆ, ਜੁਗਤ ਬਣ ਗਈ, ਉਸ ਤਰ੍ਹਾਂ ਹੋ ਗਿਆ। ਕਹਿਣ ਲੱਗੇ ਨਾ ਤੇ ਤੇਰੇ ਕੋਲ ਜੀਵਨ ਦਾ ਆਚਰਨ ਢੋ ਹੈ, ਤਰੀਕਾ ਹੈ, ਨਾ ਤੇਰੇ ਕੋਲ ਯੋਗ ਹੈ, ਤੂੰ ਪਰਮਾਤਮਾ ਨਾਲ ਜੁੜਿਆ ਹੋਇਆ ਨਹੀਂ, ਤੇ ਨਾ ਤੇਰੇ ਕੋਲੇ ਤੂੰ ਇਹ ਸਮਾਂ ਇਸ ਪਾਸੇ ਲਾਇਆ। ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢੱਬ, ਥਾਨਿਸ਼ਟ ਜਗ ਭ੍ਰਿਸ਼ਟ ਹੋਏ। ਇਸ ਤਰ੍ਹਾਂ ਸੰਸਾਰ ਭ੍ਰਿਸ਼ਟ ਹੋ ਜਾਂਦਾ ਹੈ ਜਦੋਂ ਸੰਸਾਰ ਵਿੱਚ ਨਾਮ ਨੂੰ ਭੁੱਲ ਕੇ ਲੋਕ ਤੰਤਰਾਂ ਮੰਤਰਾਂ ਵਿੱਚ ਤੇ ਤਰਾਟਕਾਂ ਲਾ ਕੇ ਆਪਣਾ ਧੰਦਾ ਚਲਾਉਂਦੇ ਨੇ। ਸੰਸਾਰ ਭ੍ਰਿਸ਼ਟ ਹੋ ਜਾਂਦਾ ਹੈ। ਜਦੋਂ ਗੁਰੂ ਬਾਬਾ ਜੀ ਇਸ ਧਰਤੀ ਤੇ ਆਏ ਨੇ, ਉਹਨਾਂ ਨੂੰ ਕਈਆਂ ਨੇ ਪੁੱਛਿਆ, ਤੁਸੀਂ ਕਹਿੰਦੇ ਹੋ ਮੈਂ ਵਿਲੱਖਣ ਹਾਂ, ਆ ਸਿੱਧ ਗੋਸ਼ਟ ਆਈ, ਤੁਸੀਂ ਵੇਖੋ ਸਾਹਮਣੇ ਬਾਹਰ ਹੁਕਮਨਾਮਾ ਲਿਖਿਆ। ਸਿੱਧ ਗੋਸ਼ਟ ਕਿਹਨਾਂ ਨਾਲ ਹੋਈ? ਸੁਣੋ ਸੁਣ ਕਹਿ ਸਭ ਕੋਈ। ਸੁਣ ਦੀ ਗੱਲ ਕੀਤੀ ਉਸ ਥਾਂ ਤੇ। ਅਨਹਦ ਸੁਣ ਕਹਾਂ ਤੇ ਹੋਈ, ਅਨਹਦ ਸੁਣ ਰਤੇ ਸੇ ਕੈਸੇ। ਉੱਥੇ ਸਿੱਧਾਂ ਨਾਲ ਵਾਰਤਾ ਹੋਈ। ਉਹਨਾਂ ਨੇ ਇੱਕ ਸਵਾਲ ਕੀਤਾ ਵੀ ਤੁਸੀਂ ਕਹਿੰਦੇ ਹੋ ਮੈਂ ਵਿਲੱਖਣ ਹਾਂ। ਹਜ਼ੂਰ ਨੇ ਕਿਹਾ ਬਿਲਕੁਲ। ਕਹਿੰਦੇ ਅਸੀਂ ਵੀ ਤਾਂ ਨਾਮ ਜਪਣੇ, ਅਸੀਂ ਵੀ ਪਹਿਲਾਂ ਆਏ ਹਾਂ ਤੁਹਾਡੇ ਤੋਂ, ਧਰਮ ਸਾਡੇ ਕੋਲ ਵੀ ਹੈ। ਹਜ਼ੂਰ ਨੇ ਕਿਹਾ ਜਿੱਦਣ ਮੈਨੂੰ ਰੱਬ ਨੇ ਭੇਜਿਆ ਸੀ, ਉਹਨਾਂ ਨੇ ਇਹ ਕਿਹਾ ਸੀ ਭੇਜਿਆ ਬੜਿਆਂ ਨੂੰ ਏ, ਜਿਨ੍ਹਾਂ ਨੂੰ ਭੇਜਿਆ ਉਹਨਾਂ ਕੋਲ ਸ਼ਕਤੀਆਂ ਆ ਗਈਆਂ, ਉਹਨਾਂ ਨੇ ਸ਼ਕਤੀ ਨੂੰ ਪ੍ਰਗਟ ਕੀਤਾ ਸੰਸਾਰ ਦੇ ਸਾਹਮਣੇ, ਤੇ ਲੋਕ ਤੇ ਪਹਿਲੇ ਸ਼ਕਤੀਆਂ ਨੂੰ ਰੱਬ ਮੰਨਦੇ ਨੇ। ਕਿਸੇ ਨੇ ਕੁਝ ਵਿਖਾ ਦਿੱਤਾ, ਕਿਸੇ ਨੇ ਕੁਝ ਵਿਖਾ ਦਿੱਤਾ, ਕਹਿ ਦਿੱਤਾ ਜੀ ਰੱਬ ਹੈ। ਕਹਿਣ ਲੱਗੇ ਇਹਨਾਂ ਸ਼ਕਤੀਆਂ ਵਿੱਚ, ਤੰਤਰਾਂ ਵਿੱਚ, ਮੰਤਰਾਂ ਵਿੱਚ ਤੁਸੀਂ ਫਸ ਗਏ। ਅਸਲ ਵਿੱਚ ਪਰਮਾਤਮਾ ਦਾ ਜਿਹੜਾ ਸਿਧਾਂਤ ਸੀ ਉਹ ਇਹ ਸੀ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਜਾਚ ਜਿਹਨੂੰ ਆ ਗਈ ਉਹ ਬੰਦਾ ਧਰਮੀ ਹੈ। ਅੰਦਰੋਂ ਭੁੱਲੇ ਨਾ ਸਿਮਰਨ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੇ ਘਟ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਣ ਤੇ ਨਰ ਹਰ ਅੰਤਰ ਨਹੀਂ। ਉਹਦੇ ਵਰਗਾ ਪਰਮਾਤਮਾ ਵਰਗਾ ਹੈ ਉਹ। ਤਾਂ ਸਤਿਗੁਰਾਂ ਨੇ ਉਸ ਜੋਗੀ ਨੂੰ ਸਮਝਾਇਆ, ਥਾਨਿਸ਼ਟ ਜਗ ਭ੍ਰਿਸ਼ਟ ਹੋਏ।
ਇਸ ਤਰ੍ਹਾਂ ਸੰਸਾਰ ਭ੍ਰਿਸ਼ਟ ਹੋ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਖੁਦ ਆਪਣੇ ਸ਼ਬਦਾਂ ਦੇ ਵਿੱਚ ਇਹ ਬਚਨ ਕਹਿੰਦੇ ਨੇ, ਕਹਿਣ ਲੱਗੇ, ਮਨ ਰੇ ਗਹਿਓ ਨਾ ਗੁਰ ਉਪਦੇਸ਼, ਕਹਾ ਭਇਓ ਜੋ ਮੂੰਡ ਮੁੰਡਾਇਓ, ਭਗਵੋਂ ਕੀਨੋ ਭੇਸ। ਇਹ ਬਾਹਰੀ ਤੌਰ ਤੇ ਧਰਮ ਦਾ ਭੁਲੇਖਾ, ਜਿਹਦੇ ਉੱਤੇ ਮੈਂ ਆਪ ਜੀ ਨਾਲ ਗੱਲ ਕਰ ਰਿਹਾ, ਸਿਮਰਨ ਦੇ ਸੰਬੰਧ ਵਿੱਚ ਭੁਲੇਖੇ ਪਾਏ ਗਏ, ਅੱਜ ਨਹੀਂ। ਤੇ ਗੁਰੂ ਸਾਹਿਬ ਉਹਨੂੰ ਕਹਿੰਦੇ, ਥਾਨਿਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਵ ਜਗ। ਇਸ ਤਰ੍ਹਾਂ ਉਸ ਧਰਮੀ ਬੰਦੇ ਦੇ ਪਿੱਛੇ ਤੁਰਨ ਵਾਲਾ ਸੰਸਾਰ ਵੀ ਡੁੱਬ ਜਾਂਦਾ ਹੈ। ਤੇ ਉਹਨਾਂ ਨੇ ਉਹਨੂੰ ਸਿੱਧੇ ਰਾਹ ਤੇ ਪਾਇਆ। ਗੱਲ ਕਰ ਰਿਹਾ ਸੀ ਸਿਮਰਨ ਕੀ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ, ਜਿਹ ਘਟ ਸਿਮਰਨ ਰਾਮ ਕੋ, ਜਿਸ ਹਿਰਦੇ ਵਿੱਚ ਰਾਮ ਦਾ ਸਿਮਰਨ ਹੈ। ਹੁਣ ਥੋੜ੍ਹਾ ਜਿਹਾ ਇਹਦੇ ਉੱਤੇ ਸਿਮਰਨ ਕੀ ਹੈ ਆਪਾਂ ਸਮਝੀਏ। ਸਿਮਰਨ ਦੇ ਅਰਥ ਨੇ ਸਿਰਫ ਯਾਦ, ਉਹ ਅਸੀਂ ਕਿਸੇ ਦੀ ਵੀ ਕਰ ਸਕਦੇ ਹਾਂ। ਸਿਮਰਨ ਪਰਮਾਤਮਾ ਦਾ ਵੀ ਬੰਦਾ ਕਰ ਸਕਦਾ ਹੈ, ਸਿਮਰਨ ਬੰਦਾ ਦੁਸ਼ਮਣ ਦਾ ਵੀ ਕਰਦਾ ਹੈ। ਸਿਮਰਨ ਕੀ ਹੈ? ਤੁਸੀਂ ਕਦੀ ਵੇਖਣਾ, ਜਿਸ ਬੰਦੇ ਦੇ ਪੈਸੇ ਦੇਣੇ ਹੋਣ ਨਾ, ਮਾਇਆ ਦੇਣੀ ਹੋਵੇ, ਬੰਦੇ ਨੇ ਲਈ ਹੋਵੇ, ਤੇ ਤੁਸੀਂ ਕਦੀ ਵੇਖਣਾ ਕਈ ਵਾਰੀ ਬਹਿੰਦਿਆਂ ਉੱਠਦਿਆਂ ਬੰਦਾ ਯਾਦ ਆਵੇਗਾ, ਉਸ ਬੰਦੇ ਦਾ ਸਿਮਰਨ ਹੋ ਰਿਹਾ ਹੈ। ਕਈ ਵਾਰੀ ਅਸੀਂ ਬੰਦੇ ਕਿਸੇ ਮਨੁੱਖ ਤੋਂ ਪੈਸੇ ਲੈਣੇ ਹੁੰਦੇ ਨੇ ਤੇ ਉਹਦੇ ਨਾਲ ਝਗੜਾ ਹੋ ਜਾਂਦਾ ਹੈ, ਉਹ ਦਿੰਦਾ ਨਹੀਂ। ਜਦੋਂ ਮਾਇਆ ਵਾਪਸ ਨਹੀਂ ਦਿੰਦਾ, ਇੱਕ ਤੇ ਹੱਕ ਹੁੰਦਾ ਬੰਦੇ ਦਾ, ਕੁਦਰਤੀ ਤੌਰ ਤੇ ਉਹਨੇ ਦਿੱਤੇ ਹੁੰਦੇ ਨੇ, ਪਰ ਉੱਥੇ ਇੱਕ ਸੂਖਸ਼ਮ ਤੌਰ ਤੇ ਘਟਨਾ ਵਾਪਰ ਜਾਂਦੀ ਏ, ਬੰਦਾ ਉਸ ਮਨੁੱਖ ਨੂੰ ਨਿਰੰਤਰ ਯਾਦ ਕਰਨ ਲੱਗ ਪੈਂਦਾ, ਸਿਮਰਨ ਕਰਨ ਲੱਗ ਪੈਂਦਾ ਉਸਦਾ। ਫਿਰ ਕੀ ਹੁੰਦਾ ਵੀ ਸਹਿਜੇ ਸਹਿਜੇ ਉਹਦਾ ਸੁਭਾਅ ਉਸ ਬੰਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਹੜੀ ਨਿੰਦਿਆ ਹੈ ਕਿਸੇ ਦੀ, ਇਹ ਵੀ ਉਸ ਮਨੁੱਖ ਦਾ ਸਿਮਰਨ ਹੈ, ਖਿਆਲ ਰੱਖਣਾ। ਇਹ ਬੜੀਆਂ ਬਾਰੀਕ ਪ੍ਰਵਿਰਤੀਆਂ ਨੇ। ਭਗਤ ਰਵਿਦਾਸ ਜੀ ਸ਼ਬਦ ਕਹਿੰਦੇ ਨੇ, ਜੇ ਉਹ 68 ਤੀਰਥ ਨਹਾਵੈ, ਜੇ ਉਹ ਦੁਆਦਸ ਸ਼ਿਲਾ ਪੁਜਾਵੈ, ਕਰੈ ਨਿੰਦ ਸਭ ਬਿਰਥਾ ਜਾਵੈ। ਜੇ ਕੋਈ ਬੰਦਾ ਸਾਰੇ ਸਰੋਵਰਾਂ ਤੇ ਤੀਰਥਾਂ ਤੇ ਨਹਾ ਆਵੇ, ਜੇ ਉਹ 12 ਸ਼ਿਲਾਂ ਦੀ ਪੂਜਾ ਵੀ ਕਰ ਲੈ ਹਿੰਦੂ ਮਤ ਦੇ ਅਨੁਸਾਰ, ਜੇ ਉਹ ਦੁਆਦਸ ਸ਼ਿਲਾ ਪੁਜਾਵੈ, ਕਰੈ ਨਿੰਦ, ਜੇ ਉਹ ਬੰਦਾ ਨਿੰਦਿਆ ਕਰੇ, ਸਭ ਬਿਰਥਾ ਜਾਵੈ। ਨਿੰਦਿਆ ਕੀ ਹੈ? ਨਿੰਦਿਆ ਉਸ ਬੰਦੇ ਦਾ ਸਿਮਰਨ ਹੈ ਜਿਹਨੂੰ ਬੰਦਾ ਨਿੰਦ ਰਿਹਾ ਹੈ। ਉਹਦੀ ਯਾਦ ਦਿਨ ਰਾਤ ਉਹਦੇ ਵਿੱਚ ਚੱਲੀ ਜਾਂਦੀ, ਖਿਆਲ ਵਿੱਚ ਆਉਂਦਾ ਹੈ, ਉਹਦੇ ਯਾਦ ਵਿੱਚ ਅੰਦਰ ਛਪ ਜਾਂਦਾ ਉਹ। ਇਸ ਕਰਕੇ ਸਿਮਰਨ ਦੋ ਲੋਕਾਂ ਦਾ ਮਨੁੱਖ ਕਰਦਾ ਹੈ, ਇੱਕ ਤੇ ਜਿਨ੍ਹਾਂ ਨਾਲ ਪ੍ਰੇਮ ਹੋਵੇ, ਇੱਕ ਜਿਨ੍ਹਾਂ ਨਾਲ ਨਫ਼ਰਤ ਹੋਵੇ, ਦੋਵਾਂ ਦਾ ਸਿਮਰਨ ਕਰੀ ਜਾਂਦਾ ਹੈ। ਤਾਂ ਸਿਮਰਨ ਕੀ ਹੈ? ਇਹਦੇ ਸੰਬੰਧ ਵਿੱਚ ਭਗਤ ਤਿਰਲੋਚਨ ਜੀ ਨੇ ਕਿਸੇ ਵਿਅਕਤੀ ਦੇ ਸਵਾਲ ਦੇ ਜਵਾਬ ਵਿੱਚ ਇੱਕ ਸ਼ਬਦ ਉਚਾਰਿਆ। ਕਿਸੇ ਪੁੱਛਿਆ ਸਿਮਰਨ ਕਿਵੇਂ ਕਰੀਏ, ਤੇ ਉਹਨਾਂ ਨੇ ਉਦਾਹਰਨ ਦਿੱਤੀ ਹੈ। ਕਹਿਣ ਲੱਗੇ, ਇੱਕ ਵਿਅਕਤੀ ਜਿਹਦਾ ਮਾਇਆ ਨਾਲ ਬਹੁਤ ਸਨੇਹ ਹੈ, ਉਹ ਦਿਨ ਰਾਤ ਮਾਇਆ ਨੂੰ ਅੰਦਰ ਸੰਭਾਲਦਾ ਰਹਿੰਦਾ ਹੈ, ਉਹਦਾ ਚਿੰਤਨ ਕਰਦਾ ਰਹਿੰਦਾ ਹੈ। ਉਹਨੂੰ ਜਪਣਾ ਵੀ ਨਹੀਂ ਪੈਂਦਾ। ਹਰ ਇੱਕ ਬੈਂਕ ਬੈਲੈਂਸ ਦੇ ਜਿਹੜੇ ਖਾਤੇ ਨੇ, ਉਹਨਾਂ ਦੇ ਨੰਬਰ ਉਹਨੂੰ ਯਾਦ ਨੇ। ਇਹ ਵੀ ਪਤਾ ਕਿਹੜੇ ਬੈਂਕ ਵਿੱਚ ਕਿੰਨਾ ਪਿਆ ਹੋਇਆ, ਕਿਹੜਾ ਪਲਾਟ ਕਿੰਨੇ ਹੈ, ਕਿੰਨੇ ਏਕੜ ਜ਼ਮੀਨ ਹੈ ਮੇਰੇ ਕੋਲ। ਅੰਦਰ ਇੱਕ ਯਾਦ ਬਣੀ ਰਹਿੰਦੀ ਨਾ ਦਿਨ ਰਾਤ। ਕਹਿੰਦੇ ਉਹ ਵੀ ਇੱਕ ਸਿਮਰਨ ਹੈ, ਉਹ ਵੀ ਯਾਦ ਹੈ। ਜਿਹੜੀ ਯਾਦ ਤੂੰ ਮਾਇਆ ਵਿੱਚ ਲਾਈਏ, ਉਹ ਯਾਦ ਸ਼ਬਦ ਵਿੱਚ, ਨਾਮ ਵਿੱਚ ਲਾ ਦੇ। ਸਿਮਰਨ ਦਾ ਮੂੰਹ ਬਦਲ ਦੇ, ਸਿਮਰਨ ਤੇ ਤੂੰ ਕਰੀ ਹੋ ਜਾਣਾ ਹੈ। ਸਿਮਰਨ ਤੋਂ ਖਾਲੀ ਕਿਹੜਾ ਮਨੁੱਖ ਹੈ? ਖਾਲੀ ਤੇ ਹੈ ਹੀ ਨਹੀਂ। ਇਹ ਕੋਈ ਬਾਹਰੋਂ ਥੋੜੀ ਚੀਜ਼ ਲਿਆਉਣੀ ਹੈ ਵੀ ਕਿਸੇ ਥਾਂ ਤੋਂ ਆਪਾਂ ਜਾ ਕੇ ਚੁੱਕ ਕੇ ਲਿਆਉਣੀ ਸਿਮਰਨ ਵਾਲੀ। ਸਿਮਰਨ ਅੰਦਰ ਚੱਲ ਹੀ ਰਿਹਾ ਨਿਰੰਤਰ। ਹਾਂ, ਜੇ ਨਾਮ ਦਾ ਸਿਮਰਨ ਨਹੀਂ ਤੇ ਕਾਮ ਦਾ ਸਿਮਰਨ ਤੇ ਹੋਏਗਾ ਹੀ। ਇਸ ਤਰ੍ਹਾਂ ਭਗਤ ਜੀ ਨੇ ਬਚਨ ਕੀਤੇ, ਅੰਤ ਕਾਲ ਜੋ ਲక్ష్ਮੀ ਸਿਮਰੈ। ਹੁਣ ਲక్ష్ਮੀ ਦਾ ਵੀ ਇੱਕ ਸਿਮਰਨ, ਮਾਇਆ ਦਾ ਸਿਮਰਨ ਹੈ। ਜੇ ਪਰਮਾਤਮਾ ਦਾ ਸਿਮਰਨ ਹੈ ਤੇ ਮਾਇਆ ਦਾ ਵੀ ਸਿਮਰਨ ਹੈ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲ ਵਲ ਉਤਰੈ। ਉਹ ਮਨੁੱਖ ਪਰਤ ਪਰਤ ਕੇ ਸੱਪ ਦੀ ਜੂਨ ਵਿੱਚ ਪਏਗਾ। ਕਿਉਂਕਿ ਜੂਨਾਂ ਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਗਿਆਨ ਹੈ।
ਕਿ ਜਿਸ ਸਰੀਰ ਵਿੱਚ ਅਸੀਂ ਹੁਣ ਜਿਉ ਰਹੇ ਹਾਂ ਇਹ ਮਨੁੱਖੀ ਤਨ ਹੈ, ਤੇ ਅੱਗੋਂ ਕਿਹੜੇ ਸਰੀਰ ਵਿੱਚ ਜਾਣਾ ਹੈ, ਉਸ ਸਰੀਰ ਦੀਆਂ ਬਰੀਕ ਧਾਰੀਆਂ ਬੰਦੇ ਦੀ ਸੁਰਤ ਵਿੱਚ ਪੈਦਾ ਹੋ ਜਾਂਦੀਆਂ ਨੇ। ਅਗਲਾ ਸਰੀਰ ਇਸ ਸਰੀਰ ਦੇ ਵਿੱਚ ਹੀ ਬਣ ਜਾਂਦਾ ਹੈ ਇਹਦੇ ਮਰਨ ਤੋਂ ਪਹਿਲਾਂ ਹੀ। ਜਿਹੜੇ ਸਰੀਰ ਦੀ ਪ੍ਰਵਿਰਤੀ ਬਹੁਤੀ ਗਹਿਰੀ ਹੋਵੇਗੀ ਉਹ ਸਰੀਰ ਪਹਿਲਾਂ ਮਿਲੇਗਾ। ਜਿੰਨੇ ਸਰੀਰਾਂ ਦੀਆਂ ਵਾਸ਼ਨਾਵਾਂ ਨੇ ਉਹ ਨੰਬਰਵਾਰ ਮਿਲਦੇ ਜਾਣਗੇ। ਇਹ ਚੱਕਰ ਚੱਲਦਾ ਹੀ ਜਾਏਗਾ, ਖਿੱਚ ਬਣਦੀ ਜਾਏਗੀ। ਜਿਹੜਾ ਮਨੁੱਖ ਧਨ ਦੀ ਸਿਮਰਤੀ ਕਰਦਾ ਹੈ, ਧਨ ਦੀ ਯਾਦ ਵਿੱਚ ਜਿਉਂਦਾ ਹੈ, ਮਰਨ ਤੋਂ ਬਾਅਦ ਤੇ ਉਹਨੇ ਸੱਪ ਬਣਨਾ ਹੀ ਹੈ। ਸਾਧ ਸੰਗਤ ਅਜੇ ਬੰਦੇ ਦੇ ਸਰੀਰ ਵਿੱਚ ਉਹ ਜਿਉਂਦਾ ਹੁੰਦਾ ਹੈ, ਉਹਦੇ ਵਿੱਚ ਪ੍ਰਵਿਰਤੀਆਂ ਆਦਤਾਂ ਸੱਪ ਵਾਲੀਆਂ ਪਹਿਲਾਂ ਹੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੱਪ ਦਾ ਕੀ ਸੁਭਾਅ ਹੈ? ਸੱਪ ਦਾ ਇੱਕ ਤੇ ਵੱਡਾ ਸੁਭਾਅ ਹੈ ਵੀ ਉਹਦਾ ਪਤਾ ਕੋਈ ਨਹੀਂ ਕਿਹਨੂੰ ਡੰਗ ਮਾਰ ਜਾ। ਜਿਹਨੇ ਦੁੱਧ ਸਾਰੀ ਉਮਰ ਪਿਆਇਆ ਪਰਤ ਕੇ ਉਹਨੂੰ ਡੰਗ ਮਾਰ ਦੇਗਾ, ਵਿਸ਼ਵਾਸ ਕੋਈ ਨਹੀਂ। ਇਹ ਪ੍ਰਵਿਰਤੀ ਮਾਇਆ ਧਾਰੀ ਜਿਹੜਾ ਬੰਦਾ ਫਸ ਗਿਆ ਮਾਇਆ ਜੋੜਨ ਵਿੱਚ, ਉਹਦੇ ਵਿੱਚ ਪ੍ਰਵਿਰਤੀ ਏ, ਉਹਦਾ ਕੋਈ ਪਤਾ ਨਹੀਂ, ਮਾਇਆ ਦੇ ਲੋਭ ਵਿੱਚ ਆ ਕੇ ਆਪਣੇ ਭਰਾ ਨੂੰ ਖਤਮ ਕਰਦਾ। ਸੱਪ ਵਾਲੀ ਬਿਰਤੀ, ਉਹਦਾ ਕੋਈ ਪਤਾ ਨਹੀਂ, ਮਾਇਆ ਦੇ ਚੱਕਰ ਵਿੱਚ ਪੈ ਕੇ ਮਾਂ ਨੂੰ, ਬਾਪ ਨੂੰ, ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ, ਮਿੱਤਰ ਨੂੰ ਕਿੱਥੇ ਜਾ ਕੇ ਧੋਖਾ ਦੇਦਾ। ਇਹ ਸੁਭਾਅ ਸੱਪ ਦਾ ਉਹਦੇ ਸਰੀਰ, ਬੰਦੇ ਦੇ ਸਰੀਰ ਵਿੱਚ ਹੀ ਆ ਗਿਆ। ਇੱਕ ਸੱਪ ਦੀ ਅਵਸਥਾ ਹੈ, ਸੱਪ ਦੇ ਕਹਿੰਦੇ ਨੇ ਕੰਨ ਕੋਈ ਨਹੀਂ ਹੁੰਦੇ, ਜ਼ਮੀਨ ਦੇ ਰਾਹੀਂ ਸੁਣਦਾ, ਉਹਦੇ ਕੰਨ ਨਹੀਂ। ਤੇ ਗੁਰੂ ਸਾਹਿਬ ਨੇ ਦੋ ਆਦਤਾਂ ਉਸ ਬੰਦੇ ਦੀਆਂ ਸੱਪ ਵਾਲੀਆਂ ਕਹੀਆਂ ਨੇ। ਕਹਿਣ ਲੱਗੇ ਸੱਪ ਦੇ ਕੰਨ ਵੀ ਕੋਈ ਨਹੀਂ, ਤੇ ਜਿਸ ਬੰਦੇ ਦਾ ਪਿਆਰ ਮਾਇਆ ਨਾਲ ਹੋ ਗਿਆ ਨਾ, ਕੰਨ ਉਹਦੇ ਵੀ ਕੋਈ ਨਹੀਂ ਹਨ। ਉਹ ਵੀ ਸ਼ਬਦ ਨਹੀਂ ਸੁਣਦਾ, ਨਾਮ ਨਹੀਂ ਸੁਣੇਗਾ। ਉਹਦਾ ਧਿਆਨ ਰਹੇਗਾ ਵੀ ਗੋਲਕ ਵਿੱਚ ਕਿੰਨੇ ਪਏ ਨੇ ਤੇ ਸਿੱਪੀ ਲੈ ਕੇ ਵਿੱਚ ਪਾਈਏ ਇਹਨੂੰ। ਭਾਵੇਂ ਕਿੰਨੀ ਗੰਭੀਰ ਵਿਚਾਰ ਚੱਲਦੀ ਹੋਵੇ, ਕੀਰਤਨ ਚੱਲਦਾ ਹੋਵੇ, ਕੋਈ ਬੜੀ ਗਹਿਰੀ ਚੀਜ਼ ਚੱਲਦੀ ਹੋਵੇ, ਪਰ ਉਹਦਾ ਧਿਆਨ ਗੋਲਕ ਵੱਲ ਹੀ ਹੋਵੇਗਾ। ਕਿੰਨੀ ਕੁ ਭਰੀ ਗਈ ਹੈ, ਖੋਲ ਕੇ ਵੇਖੀਏ। ਇਸ ਲਈ ਉਹਦੇ ਕੰਨ ਨਹੀਂ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ। ਇਸ ਤਰ੍ਹਾਂ ਜਿਹੜਾ ਮਨੁੱਖ ਸਿਮਰਨ ਮਾਇਆ ਦਾ ਕਰਦਾ ਉਹ ਸਰਪ ਦੀ ਜੋਨ। ਫਿਰ ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਵੇਸਵਾ ਜੋਨ ਵਲ ਵਲ ਉਤਰੈ। ਇਸਤਰੀ ਦਾ ਇੱਕ ਸਿਮਰਨ ਹੈ, ਪੁਰਸ਼ ਦਾ ਵੀ ਤੇ ਇੱਕ ਸਿਮਰਨ ਹੈ। ਮੈਂ ਗੱਲ ਸਿਰਫ ਸਿਮਰਨ ਦੀ ਕਰ ਰਿਹਾ। ਭਗਤ ਜੀ ਨੇ ਕਿਹਾ ਇਹ ਸਿਮਰਨ ਹੈ, ਇਹਨੂੰ ਵੇਖੋ ਅੰਦਰ ਕਿੱਥੇ ਜਾ ਰਿਹਾ ਹੈ। ਤੁਹਾਡੀ ਉਹ ਸਿਮਰਤੀ ਕਿਹਦੇ ਨਾਲ ਜੁੜੀ ਹੋਈ ਹੈ? ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਵਲ ਵਲ ਉਤਰੈ। ਜਿਸ ਮਨੁੱਖ ਦਾ ਧਿਆਨ ਬਾਲ ਬੱਚੇ ਵਿੱਚ ਬਹੁਤਾ ਖੁੱਭ ਜਾਂਦਾ ਹੈ, ਉਹ ਸੂਰ ਦੀ ਜੂਨ ਵਿੱਚ ਪੈਂਦਾ ਹੈ। ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ, ਬਿਲਕੁਲ ਸੱਚ ਹੈ, 100% ਸੋਧਿਆ ਹੋਇਆ ਸੱਚ। ਉਹ ਵੀ ਸਿਮਰਨ ਹੈ, ਉਹ ਵੀ ਯਾਦ ਹੈ। ਇਸ ਤਰ੍ਹਾਂ ਇਸ ਤੋਂ ਅੱਗੇ ਕਹਿੰਦੇ ਨੇ ਅੰਤ ਕਾਲ ਜੋ ਮੰਦਰ ਸਿਮਰੈ। ਮੰਦਰ ਦੇ ਅਰਥ ਨੇ ਮਕਾਨ। ਜਿਹੜਾ ਮਨੁੱਖ ਦਿਨ ਰਾਤ ਆਪਣੇ ਮਕਾਨ ਦੀ ਤਸਵੀਰ ਅੰਦਰ ਟਿਕਾ ਕੇ ਰੱਖਦਾ ਹੈ, ਉਹਦੇ ਬਾਰੇ ਕਿਹਾ ਪ੍ਰੇਤ ਜੋਨ ਵਲ ਵਲ ਉਤਰੈ। ਮਕਾਨ ਦਾ ਵੀ ਬੰਦਾ ਸਿਮਰਨ ਕਰ ਸਕਦਾ ਹੈ। ਫਿਰ ਅਖੀਰ ਤੇ ਕਹਿੰਦੇ ਨੇ ਜਿਵੇਂ ਇੱਕ ਮਾਇਆ ਧਾਰੀ ਮਾਇਆ ਦਾ ਸਿਮਰਨ ਕਰਦਾ ਹੈ, ਜਿਹੜੀ ਚੀਜ਼ ਮਾਇਆ ਨੂੰ ਯਾਦ ਕਰਦੀ ਅੰਦਰ, ਉਹਨੂੰ ਵੇਖ। ਜਿਹੜੀ ਸੁਰਤ ਦੇ ਨਾਲ ਬੰਦਾ ਪਰਿਵਾਰ ਦਾ, ਇਸਤਰੀ ਦਾ ਸਿਮਰਨ ਕਰਦਾ ਹੈ, ਬੱਚਿਆਂ ਦਾ ਸਿਮਰਨ ਕਰਦਾ ਹੈ, ਮਕਾਨ ਦਾ ਸਿਮਰਨ ਕਰਦਾ ਹੈ, ਉਸ ਚੀਜ਼ ਨੂੰ ਲੱਭ ਅੰਦਰ ਕਿੱਥੇ ਹੈ। ਉਹਦੇ ਨਾਲ ਹੁਣ ਨਾਮ ਦਾ ਸਿਮਰਨ ਕਰ, ਸ਼ਬਦ ਦਾ ਸਿਮਰਨ ਕਰ। ਉਹਦੇ ਬਾਰੇ ਕਿਹਾ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਲੋਚਨ ਤੇ ਨਰ ਮੁਕਤਾ। ਉਹ ਮਨੁੱਖ ਮੁਕਤ ਹੋ ਗਿਆ ਜਿਨਨੇ ਨਾਮ ਦਾ ਸਿਮਰਨ ਕੀਤਾ। ਪੀਤਾੰਬਰ ਵਾਂਕੇ ਹਿਰਦੈ ਵਸੈ, ਜੇ ਘਟ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਨ। ਇਸ ਕਰਕੇ ਸਿਮਰਨ ਦੀ ਅਵਸਥਾ ਜੋ ਗੁਰੂ ਗ੍ਰੰਥ ਸਾਹਿਬ ਨੇ ਸਾਫ਼-ਸਾਫ਼ ਕਹੀ, ਉਹਦਾ ਪਹਿਲਾ ਹਿੱਸਾ ਹੈ ਜਪ। ਜਪ ਦਾ ਅਰਥ ਹੈ ਬੋਲਣਾ, ਉਚਾਰਨ ਕਰਨਾ ਨਾਮ ਨੂੰ। ਜੋ ਨਾਮ ਹੈ, ਜੋ ਗੁਰੂ ਨੇ ਬਖਸ਼ਿਸ਼ ਕੀਤਾ ਪੰਜ ਪਿਆਰਿਆਂ ਨੇ, ਉਹਨੂੰ ਉਚਾਰਨ ਕਰਨਾ ਰਸਨਾ ਦੁਆਰਾ, ਜਪ ਦਾ ਪਹਿਲਾ ਹਿੱਸਾ ਹੈ। ਫਿਰ ਉਹ ਨਾਮ ਜਿਹੜਾ ਬੰਦੇ ਦੇ ਹਿਰਦੇ ਤੱਕ ਕਿਸ ਰਾਹੀਂ ਜਾਏਗਾ,
ਭੋਜਨ ਤੇ ਆਪਾਂ ਰਸਨਾ ਤੇ ਰੱਖੀਏ, ਮੂੰਹ ਦੇ ਰਾਹੀਂ ਜਾਂਦਾ, ਸਰੀਰ ਨੂੰ ਤਾਕਤ ਮਿਲਦੀ, ਸਾਰੇ ਮੂੰਹ ਰਾਹੀਂ ਚੱਖ ਕੇ ਅੰਦਰ ਚਲਾ ਜਾਂਦਾ। ਨਾਮ ਦਾ ਭੋਜਨ ਕਿਹੜੇ ਮੂੰਹ ਰਾਹੀਂ ਅੰਦਰ ਜਾਏਗਾ? ਉਹ ਰਸਨਾ ਰਾਹੀਂ ਨਹੀਂ। ਰਸਨਾ ਉਹਨੂੰ ਉਚਾਰੇਗੀ ਤੇ ਸ਼ਬਦ ਕੰਨਾਂ ਦੇ ਰਾਹੀਂ ਹਿਰਦੇ ਵਿੱਚ ਪ੍ਰਵੇਸ਼ ਕਰ ਜਾਏਗਾ। ਜਦੋਂ ਉਹਨੂੰ ਜਪੀ ਜਾਏਗਾ, ਰਿਪੀਟਿੰਗ ਕਰਨੀ ਪਏਗੀ। ਕਈ ਲੋਕ ਅੱਜ ਕੱਲ੍ਹ ਕਹਿੰਦੇ ਨੇ ਨਾਮ ਤੇ ਸੁਭਾਅ ਹੀ ਹੈ। ਠੀਕ ਹੈ, ਨਾਮ ਸੁਭਾਅ ਹੈ, ਪਰ ਸੁਭਾਅ ਪੈਦਾ ਕਰਨ ਵਾਸਤੇ ਸਾਨੂੰ ਸਾਧਨ ਕਰਨਾ ਪਏਗਾ। ਵਾਰ-ਵਾਰ ਸਾਨੂੰ ਬੋਲਣਾ ਪਏਗਾ, ਰਿਪੀਟ ਕਰਨਾ ਪਏਗਾ, ਦੁਹਰਾਉਣਾ ਪਏਗਾ। ਜਿਸ ਸ਼ਬਦ ਨੂੰ ਵਾਰ-ਵਾਰ ਦੁਹਰਾਵਾਂਗੇ ਉਹ ਸ਼ਬਦ ਸਹਿਜੇ ਸਹਿਜੇ ਜਾਪ ਤੋਂ ਅਜਪਾ ਵਿੱਚ ਚਲਾ ਜਾਏਗਾ। ਅਜਪਾ, ਜਿਹਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਤਮ ਉਪਦੇਸ਼ ਭੇਸ ਸੰਜਮ ਕੋ, ਜਾਪ ਸੋ ਅਜਪਾ ਜਾਪੈ, ਸਦਾ ਰਹਿ ਕੰਚਨ ਸੀ ਕਾਇਆ, ਕਾਲ ਨਾ ਕਬਹੂ ਵਿਆਪੈ। ਅਜਪਾ ਦਾ ਅਰਥ ਹੈ ਹੁਣ ਰਸਨਾ ਤੱਕ, ਬੋਲਣ ਤੱਕ ਸੀਮਤ ਨਹੀਂ ਰਿਹਾ ਨਾਮ। ਹੁਣ ਬੰਦੇ ਦੇ ਹਿਰਦੇ ਵਿੱਚ, ਯਾਨੀ ਕਹਿ ਲਈਏ ਗਲੇ ਵਿੱਚ, ਇੱਕ ਆਵਾਜ਼ ਉਹਦੇ ਗੂੰਜਦੀ ਰਹਿੰਦੀ ਹੈ। ਪਰਤ ਕੇ ਆਵਾਜ਼ ਆਉਣ ਲੱਗ ਪਈ। ਜਿਵੇਂ ਭਾਂਡੇ ਵਿੱਚ ਮੂੰਹ ਕਰਕੇ ਆਵਾਜ਼ ਦਿਓ, ਆਵਾਜ਼ ਵਾਪਸ ਆਉਂਦੀ ਗੂੰਜ ਕੇ 2 ਵਾਰੀ। ਜਿਵੇਂ ਸਾਊਂਡ ਦੀ ਇੱਕੋ ਥੋੜੀ ਜਿਹੀ ਕਰ ਦਿਓ ਤੇ ਇੱਕ ਆਵਾਜ਼ ਪਰਤ ਕੇ ਦੂਜੀ ਵਾਰੀ ਵਾਪਸ ਆਉਂਦੀ ਹੈ। ਇਸ ਤਰ੍ਹਾਂ ਜਿਨ੍ਹਾਂ ਲੋਕਾਂ ਨੇ ਜਪ ਕੀਤਾ ਪੂਰੀ ਤਰ੍ਹਾਂ ਸੰਘਣਾ, ਛੋਟੇ ਮੋਟੇ ਨਾਲ ਨਹੀਂ, ਇੱਕ ਵਾਰੀ ਤੇ ਜਪ ਨੂੰ ਇਸ ਤਰ੍ਹਾਂ ਕਰਨਾ ਪਏਗਾ ਜਿਵੇਂ ਸਾਉਣ ਭਾਦਰੋਂ ਵਿੱਚ ਤੇਜ਼ ਬਾਰਿਸ਼ ਝੜੀ ਲੱਗਦੀ ਲਗਾਤਾਰ। ਇੰਨਾ ਮੀਂਹ ਪੈਂਦਾ ਹੈ, ਇੰਨੀ ਬਾਰਿਸ਼ ਪੈਂਦੀ ਹੈ ਕਿ ਉਹ ਬਾਰਿਸ਼ ਪੈ ਪੈ ਕੇ ਧਰਤੀ ਚੱਲ ਜਾਂਦੀ ਹੈ। ਗਾਰਾ ਪੈਣਾ, ਜਿੱਥੋਂ ਲੰਘੋਗੇ ਚਿੱਕੜ ਹੀ ਚਿੱਕੜ ਹੈ, ਚੌਵਾਂ ਪਾਸੇ ਸਭ ਕੁਝ ਨਮੀ ਹੈ। ਜਪ ਦੇ ਅਰਥ ਇਹ ਨੇ। ਜਪ ਇੰਨਾ ਸੰਘਣਾ ਹੋ ਜਾਏ ਕਿ ਸਰੀਰ ਦਾ ਕੋਈ ਵੀ ਲੂੰ ਨਾ ਬਚੇ ਉਸ ਜਪ ਦੇ ਵਿੱਚੋਂ ਭਿੱਜਣ ਤੋਂ, ਕੋਈ ਹਿੱਸਾ ਨਾ ਬਚੇ, ਸਾਰਾ ਸਰੀਰ ਹੀ ਉਹਦੇ ਵਿੱਚ ਭਿੱਜ ਜਾਏ। ਫਿਰ ਬਣੇਗਾ ਉਹਦਾ ਜਾਪ। ਕਿਤੇ 2-4 ਵਾਰੀ ਕਹਿ ਕੇ ਪਰਤ ਕੇ ਫਿਰ ਨਾ ਕਹਿਣਾ ਵੀ ਜਾਪ ਤੇ ਹੋਇਆ ਨਹੀਂ। ਅਜਪਾ ਜਾਪ ਉੱਥੇ ਨਹੀਂ ਹੈ। ਉਹਦੀ ਇੱਕ ਕਪੈਸਿਟੀ, ਜਦੋਂ ਭਾਂਡਾ ਭਰਿਆ ਜਾਏਗਾ ਇੱਕ ਤਾਂ ਦੂਜੇ ਵਿੱਚ ਪਏਗਾ। ਇਸ ਤਰ੍ਹਾਂ ਉਹਨੂੰ ਕਹਿੰਦੇ ਵੀ ਅਜਪਾ, ਜੋ ਬਿਨਾਂ ਜਪਣ ਤੋਂ ਹੁਣ ਅੰਦਰ ਸ਼ਬਦ ਆਵਾਜ਼ ਆ ਰਹੀ, ਬੋਲੀ ਜਾ ਰਿਹਾ ਹੈ। ਪਰ ਉੱਥੇ ਇੱਕ ਖਿਆਲ ਰੱਖਣਾ, ਜੇ ਉਸ ਜਪਣ ਵਾਲੇ ਦੇ ਵਿੱਚ ਪ੍ਰੇਮ ਦੀ ਅਵਸਥਾ ਨਹੀਂ, ਪ੍ਰੇਮ ਨਾਲ ਨਹੀਂ ਜਪਦਾ, ਤੇ ਉਹ ਜਪ ਰਿਪੀਟਿੰਗ ਇੱਕ ਰਿਕਾਰਡਿੰਗ ਆ ਜਾਏਗੀ। ਜਿਵੇਂ ਰਿਕਾਰਡਿੰਗ ਬੋਲੀ ਜਾ ਰਹੀ ਅੰਦਰ, ਕਈ ਵਾਰੀ ਬੰਦਾ ਇਸ ਥਾਂ ਤੇ ਵੀ ਰੁਕਿਆ ਰਹਿੰਦਾ ਹੈ। ਜਿਹਨੂੰ ਜਪਿਆ ਉਹ ਵਾਰ-ਵਾਰ ਅੰਦਰ ਸੁਣੀ ਜਾਂਦਾ ਹੈ। ਜੇ ਤਾਂ ਉਹਦੇ ਨਾਲ ਪ੍ਰੇਮ ਹੋਵੇਗਾ ਤੇ ਉਹ ਅਜਪਾ, ਉਹ ਸ਼ਬਦ ਹਿਰਦੇ ਵਿੱਚ ਖਿੱਚਿਆ ਜਾਏਗਾ, ਆਪਣੇ ਆਪ ਉੱਥੇ ਟਿਕੇਗਾ, ਫਿਰ ਉਹਦਾ ਆਨੰਦ ਆਏਗਾ। ਉਸ ਤੋਂ ਅੱਗੇ ਜਾਪ ਤੋਂ ਅੱਗੇ ਫਿਰ ਲਿਵ, ਗੁਰੂ ਸਾਹਿਬ ਨੇ ਕਹੀ, ਲਿਵ ਦੀ ਨਿਸ਼ਾਨੀ ਇਹ ਹੈ ਕਿ ਬੰਦੇ ਦਾ ਸਰੀਰ ਟਿਕ ਜਾਏਗਾ। ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ, ਕਿਆ ਕਰੇ ਵਿਚਾਰੇ। ਸਰੀਰ ਦਾ ਪਤਾ ਹੀ ਨਹੀਂ ਲੱਗਦਾ ਜਿਹਦੀ ਲਿਵ ਹੈ, ਉਹਨੂੰ ਆਪਣੇ ਸਰੀਰ ਦਾ ਚੌਂਕੜਾ ਖੋਲ੍ਹਣਾ ਔਖਾ ਹੋ ਜਾਂਦਾ ਜਦੋਂ ਛੱਡਦਾ ਹੈ, ਕਿਉਂਕਿ ਸਰੀਰ ਵਿੱਚੋਂ ਤੇ ਗਿਆ ਪਾਰ ਜੁੜਿਆ, ਸਰੀਰ ਦਾ ਅਹਿਸਾਸ, ਧਿਆਨ ਹੀ ਨਹੀਂ ਰਿਹਾ। ਤਾਂ ਫਿਰ ਲਿਵ ਤੋਂ ਅੱਗੇ ਪ੍ਰੀਤ ਬਣਦੀ ਏ, ਪ੍ਰੀਤ ਤੋਂ ਅੱਗੇ ਪ੍ਰੇਮ ਬਣਦਾ ਹੈ, ਤੇ ਪ੍ਰੇਮ ਤੋਂ ਅੱਗੇ ਜਾ ਕੇ ਸਿਮਰਨ ਸ਼ੁਰੂ ਹੁੰਦਾ ਹੈ। ਇਹ 4-5 ਦਸ਼ਾ ਨੇ ਸਿਮਰਨ ਦੀਆਂ, ਜਿਨ੍ਹਾਂ ਵਿੱਚੋਂ ਨਿਕਲ ਕੇ ਬੰਦਾ ਸਿਮਰਨ ਤੱਕ ਜਾਂਦਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਵਚਨ ਕਹਿ ਰਹੇ ਨੇ, ਕਹਿਣ ਲੱਗੇ, ਜਿਹੇ ਘਟ ਸਿਮਰਨ ਰਾਮ ਕੋ, ਜਿਸ ਬੰਦੇ ਦੇ ਮਨ ਵਿੱਚ ਪਰਮਾਤਮਾ ਦਾ, ਹਿਰਦੇ ਵਿੱਚ ਪਰਮਾਤਮਾ ਦਾ ਸਿਮਰਨ ਹੈ, ਉਹ ਕਿਵੇਂ ਦਾ ਹੋ ਜਾਂਦਾ ਹੈ? ਤੇ ਨਰ ਮੁਕਤਾ ਜਾਨ। ਉਸ ਮਨੁੱਖ ਦੇ ਜੀਵਨ ਦੇ 2 ਹਿੱਸੇ ਹੋ ਜਾਂਦੇ ਨੇ। ਖਿਆਲ ਰੱਖਣਾ, ਸ਼ਬਦ ਕੀ ਕਰਦਾ, ਨਾਮ ਕੀ ਕਰਦਾ। ਜਪਣ ਵਾਲੇ ਨੂੰ ਸਹਿਜੇ ਸਹਿਜੇ 2 ਹਿੱਸਿਆਂ ਵਿੱਚ ਵੰਡ ਦਿੰਦਾ ਹੈ, ਇੱਕ ਸਰੀਰ ਦਾ ਹਿੱਸਾ, ਇੱਕ ਆਤਮਾ ਦਾ ਹਿੱਸਾ। ਹੁਣ ਇਸ ਤਰ੍ਹਾਂ ਦੀ ਦਸ਼ਾ ਆ ਜਾਂਦੀ ਕਿ ਸਰੀਰ ਦੇ ਦੁਆਰਾ ਕੀਤੇ ਹੋਏ ਕਿਸੇ ਕਰਮ ਦਾ ਪ੍ਰਭਾਵ ਉਹਦੇ ਮਨ ਤੇ ਨਹੀਂ ਪੈਂਦਾ, ਬੈਕ ਪ੍ਰੈਸ਼ਰ ਖਤਮ ਹੋ ਗਿਆ,
ਸਰੀਰ ਬਾਹਰ ਵੇਖ ਰਿਹਾ ਹੈ, ਅੰਦਰਲੇ ਨੂੰ ਕੋਈ ਫਰਕ ਨਹੀਂ ਪੈਂਦਾ। ਸਰੀਰ ਕਿੱਥੋਂ ਲੰਘ ਰਿਹਾ ਹੈ, ਇਹਦਾ ਅੰਦਰ ਨੂੰ ਕੋਈ ਫਰਕ ਨਹੀਂ। ਉਹ ਦਸ਼ਾ ਹੈ ਜਦੋਂ ਸ਼ਬਦ ਨੇ ਦੋ ਭਾਗ ਕਰ ਦਿੱਤੇ ਜੀਵਨ ਦੇ, ਬਾਹਰ ਵੱਖਰਾ, ਅੰਦਰ ਵੱਖਰਾ। ਇੱਕ ਤੇ ਮਨਮੁਖ ਦੀ ਵੀ ਇਹ ਨਿਸ਼ਾਨੀ ਹੈ ਕਿ ਉਹਦੇ ਅੰਦਰ ਝੂਠ ਹੁੰਦਾ ਹੈ ਤੇ ਮੂੰਹ ਤੋਂ ਸੱਚ ਬੋਲਦਾ ਹੈ। ਜਿਹਨੂੰ ਕਿਹਾ ਦਿਲੋਂ ਮੁਹੱਬਤ ਜਿਨ ਸੇ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਇੱਕ ਤੇ ਮਨਮੁਖ ਦੀ ਇਹ ਦਸ਼ਾ ਹੈ, ਉਹ ਅੰਦਰ ਝੂਠ ਦੱਬ ਕੇ ਬੈਠਾ ਹੁੰਦਾ ਤੇ ਬਾਹਰੋਂ ਸੱਚ ਬੋਲੀ ਜਾਂਦਾ ਹੈ। ਪਰ ਜਿੱਦਣ ਗੁਰਮੁਖ ਆਪਣੀ ਸਟੇਜ ਤੇ ਪਹੁੰਚਦਾ ਨਾ, ਅੰਦਰ ਦਸ਼ਾ ਕਈ ਵਾਰੀ ਉਹਦੇ ਜੀਵਨ ਵਿੱਚ ਵੀ ਇਹ ਆ ਜਾਂਦੀ ਹੈ। ਕਈ ਵਾਰੀ ਉਹਦੇ ਅੰਦਰ ਪਰਮਾਤਮਾ ਦੀ ਯਾਦ ਟਿਕੀ ਰਹਿੰਦੀ ਹੈ ਤੇ ਮੂੰਹ ਨਾਲ ਸੰਸਾਰ ਦੇ ਲੋਕਾਂ ਨਾਲ ਬੋਲੀ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਦੋ ਭਾਗ ਹੋ ਗਏ ਜੀਵਨ ਦੇ, ਦੋ ਹਿੱਸੇ ਹੋ ਗਏ। ਹੁਣੇ ਕਿਸੇ ਗੁਰਮੁਖ ਨੇ ਬਾਹਰ ਸਵਾਲ ਕੀਤਾ ਸੀ ਕਿ ਮਨ ਤਰਕ ਵਿੱਚ ਬਹੁਤ ਜਾਂਦਾ ਹੈ, ਸ਼ੱਕ ਵਿੱਚ ਬਹੁਤ ਜਾਂਦਾ ਹੈ, ਹਰ ਇੱਕ ਚੀਜ਼ ਤੇ ਵਿਖੇਪ ਕਰਦਾ ਹੈ। ਧਰਮੀ ਹੈ, ਪੁੱਛਣ ਵਾਲਾ ਸਾਧਕ ਹੈ, ਪਰ ਇੱਕ ਬੜੀ ਵੱਡੀ ਰੁਕਾਵਟ ਆ ਗਈ। ਉਹ ਸੰਸਾਰ ਵੱਲ ਵੇਖਦਾ ਹੈ, ਇਹ ਵਿਅਕਤੀ ਬੈਠਦਾ ਕਿਵੇਂ ਹੈ, ਇਹ ਤੁਰਦਾ ਕਿਵੇਂ ਹੈ, ਇਹ ਧਰਮੀ ਬਾਹਰ ਵੇਖ ਰਿਹਾ ਹੋ। ਕਹਿੰਦੇ ਇਹ ਚੀਜ਼ ਕਿਵੇਂ ਹਟ ਸਕਦੀ ਹੈ? ਮੈਂ ਕਿਹਾ ਵੀ ਇਹ ਅਸੀਂ ਅਜੇ ਦੋ ਸਾਡੀ ਜੀਵਨ ਦੀਆਂ ਸ਼ੈਲੀਆਂ ਨੇ, ਜੀਵ ਕੋਟੀ ਤੇ ਬ੍ਰਹਮ ਕੋਟੀ, ਜਿਹਨੂੰ ਧਰਮ ਕੋਟੀ ਵੀ। ਕੋਟੀ ਦਾ ਅਰਥ ਹੁੰਦਾ ਲਾਈਨ। ਅਸੀਂ ਕਿਹੜੀ ਲਾਈਨ ਵਿੱਚ ਲੱਗੇ ਹੋਏ? ਜਿੰਨਾ ਚਿਰ ਅਸੀਂ ਜੀਵ ਕੋਟੀ ਵਿੱਚ ਜਿਉਂਦੇ ਹਾਂ, ਬੰਦਾ ਤੋਲਦਾ ਰਹੇਗਾ, ਫਲਾਣਾ ਠੀਕ ਹੈ, ਉਹ ਗਲਤ ਹੈ, ਉਹ ਧਰਮੀ ਹੈ, ਇਹ ਅਧਰਮੀ ਹੈ, ਇਹ ਪਾਪੀ ਹੈ, ਇਹ ਪੁੰਨੀ ਹੈ, ਇਹ ਦਾਨੀ ਹੈ, ਇਹ ਹੱਕ ਖੋਣ ਵਾਲਾ ਹੈ। ਉੱਥੇ ਹਿਸਾਬ ਕਿਤਾਬ ਚੱਲੇਗਾ ਹੀ। ਪਰ ਜਦੋਂ ਇਹ ਕਦੋਂ ਹਟੇਗਾ? ਕਿਉਂਕਿ ਇਹਨੇ ਨਾਲ ਰਹਿਣਾ ਸਰੀਰ ਦੇ। ਹਿਸਾਬ ਕਿਤਾਬ ਤੇ ਬੰਦਾ ਕਰੇਗਾ ਨਾ ਜੋ ਕੋਈ ਸਾਹਮਣੇ ਵੇਖਦਾ। ਪਰ ਇਹ ਬੜਾ ਦੁੱਖ ਹੈ, ਧਰਮੀ ਬੰਦਾ ਇਸ ਤੋਂ ਪਰੇਸ਼ਾਨ ਹੋ ਜਾਂਦਾ ਹੈ, ਕਿਉਂਕਿ ਜਦੋਂ ਸੰਸਾਰ ਦਾ ਹਿਸਾਬ ਲਾਉਂਦਾ ਤੇ ਉਹਦਾ ਸਵਾਦ ਗਵਾਚਦਾ ਅੰਦਰੋਂ। ਇਹ ਕਦੋਂ ਖਤਮ ਹੋਵੇਗਾ? ਇਹ ਖਤਮ ਨਹੀਂ ਹੁੰਦਾ। ਇਹ ਸਿਰਫ ਗੁਰਮੁਖ ਦੀਆਂ ਦਸ਼ਾਵਾਂ ਦੋ ਬਣ ਜਾਂਦੀਆਂ ਨੇ। ਜਦੋਂ ਉਹ ਬ੍ਰਹਮ ਕੋਟੀ ਵਿੱਚ ਪਹੁੰਚ ਕਰ ਜਾਂਦਾ ਹੈ, ਸ਼ਬਦ ਵਿੱਚ ਟਿਕਣ ਲੱਗ ਪੈਂਦਾ ਹੈ, ਫਿਰ ਉਹਦੀ ਮਰਜ਼ੀ ਹੁੰਦੀ ਹੈ ਸੰਸਾਰ ਨੂੰ ਕਿਹੜੇ ਪਾਸਿਓਂ ਵੇਖਣਾ ਹੈ, ਸੰਸਾਰ ਨੂੰ ਕਿੱਧਰੋਂ ਵੇਖਣਾ ਹੈ। ਹੁਣ ਕਮਰਾ ਇੱਕੋ ਹੈ ਨਾ, ਇੱਕ ਕਮਰਾ ਸਾਡਾ, ਤੇ ਸੂਰਜ ਚੜ੍ਹਿਆ ਚੜ੍ਹਦੇ ਵਾਲੇ ਪਾਸਿਓਂ। ਹੁਣ ਇਹ ਸਾਡੀ ਮਰਜ਼ੀ ਹੈ, ਜੇ ਉਸ ਕਮਰੇ ਦੇ ਵਿੱਚ ਸਾਨੂੰ ਧੁੱਪ ਚਾਹੀਦੀ ਏ ਤੇ ਚੜ੍ਹਦੇ ਵਾਲੀ ਬਾਈ ਤੋਂ ਤੁਸੀਂ ਬਾਰੀ ਖੋਲ ਸਕਦੇ ਹੋ, ਝਰੋਖਾ ਖੋਲ ਸਕਦੇ ਹੋ, ਧੁੱਪ ਅੰਦਰ ਆ ਜਾਏਗੀ। ਧੁੱਪ ਦੀ ਲੋੜ ਹੈ, ਧੁੱਪ ਦੀ ਵਰਤੋਂ ਕਰੋ। ਪਰ ਧੁੱਪ ਦੀ ਜ਼ਰੂਰਤ ਨਹੀਂ ਰਹੀ, ਅੰਦਰ ਸੁੱਕ ਗਿਆ ਜਿਹਦੇ ਵਾਸਤੇ ਧੁੱਪ ਕੱਢੀ ਸੀ, ਬਾਰੀ ਖੋਲੀ ਸੀ। ਹੁਣ ਗਰਮੀ ਲੱਗਣ ਲੱਗ ਪਈ ਤਾਂ ਦੂਸਰਾ ਆਪਸ਼ਨ, ਦੂਜਾ ਤਰੀਕਾ ਹੈ, ਹੁਣ ਉਸ ਬਾਰੀ ਨੂੰ ਬੰਦ ਕਰੋ ਚੜ੍ਹਦੇ ਵਾਲੇ ਪਾਸੇ ਨੂੰ, ਤੇ ਹੁਣ ਠੰਡ ਚਾਹੀਦੀ ਹੈ ਲਹਿੰਦੇ ਵਾਲੇ ਪਾਸੇ ਖੋਲ ਦਿਓ, ਉਧਰ ਛਾਂ ਹੈ। ਇੱਕ ਪਾਸੇ ਧੁੱਪ ਹੈ, ਇੱਕ ਪਾਸੇ ਛਾਂ ਹੈ, ਉਹ ਵਿਅਕਤੀ ਵਿਚਕਾਰ ਹੈ। ਇਹ ਉਹਨੂੰ ਪਤਾ ਹੋਣਾ ਚਾਹੀਦਾ ਉਸ ਨੂੰ ਕਿਹੜੀ ਚੀਜ਼ ਦੀ ਹੁਣ ਜ਼ਰੂਰਤ ਹੈ। ਲੋੜ ਪੈਣ ਤੇ ਉਹ ਧੁੱਪ ਵਾਲੀ ਬਾਰੀ ਖੋਲ ਲੈਂਦਾ ਹੈ, ਜ਼ਰੂਰਤ ਪੈਣ ਤੇ ਛਾਂ ਵਾਲਾ ਪਾਸਾ ਖੋਲ ਲੈਂਦਾ ਹੈ, ਛਾਵੇਂ ਬੈਠ ਜਾਂਦਾ ਹੈ। ਗੁਰਮੁਖ ਦੀ ਇਹ ਦਸ਼ਾ ਹੋ ਜਾਂਦੀ ਜਦੋਂ ਉਹਨੂੰ ਲੋੜ ਪੈਂਦੀ ਹੈ ਹਿਸਾਬ ਕਿਤਾਬ ਲਾਉਣ ਦੀ, ਪਰਖਣ ਦੀ, ਕੌਣ ਚੰਗਾ ਕੌਣ ਮਾੜਾ, ਕੌਣ ਧਰਮੀ ਕੌਣ ਧਰਮੀ, ਉਦੋਂ ਉਹ ਜੀਵ ਕੋਟੀ ਦਾ ਦਰਵਾਜ਼ਾ ਖੋਲ ਲੈਂਦਾ ਜੀਵਨ ਵਿੱਚੋਂ, ਉੱਥੇ ਹਿਸਾਬ ਕਿਤਾਬ ਹੈ। ਪਰ ਜਦੋਂ ਉਹ ਚਾਹੁੰਦਾ ਹੈ ਇੱਕਦਮ ਕੱਟ ਆਫ, ਬੰਦ ਕਰ ਦਿੰਦਾ ਉਸ ਦੁਨੀਆ ਨੂੰ, ਹਿਸਾਬ ਕਿਤਾਬ ਦੀ ਨੂੰ ਬੰਦ ਕਰ ਦਿੰਦਾ, ਉਸ ਬਾਰੀ ਨੂੰ, ਉਸ ਝਰੋਖੇ ਨੂੰ, ਤੇ ਦੂਸਰੇ ਨੂੰ ਖੋਲ ਲੈਂਦਾ ਹੈ। ਜਿਸ ਬਾਰੀ ਦੇ ਵਿੱਚ ਇਹ ਹਿਸਾਬ ਕਿਤਾਬ ਨਹੀਂ, ਉਸ ਪਾਸਿਓਂ ਵਹਿੰਦਾ ਹੈ ਤੇ ਸੰਸਾਰ ਦਿਸਦਾ ਹੈ ਕਿ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਏਕਾ ਏਕੀ ਨਿਤ ਹੈ। ਪਰ ਰਹਿਣਾ ਸਰੀਰ ਵਿੱਚ, ਹਿਸਾਬ ਵੀ ਲਾਉਣਾ ਪੈਣਾ। ਜੇ ਹਿਸਾਬ ਲਾਉਣਾ ਪਿਆ, ਦੂਜਾ ਪਾਸਾ ਖੋਲਿਆ, ਉਧਰੋਂ ਵੇਖ ਲਿਆ ਚੰਗਾ ਹੈ ਮਾੜਾ ਹੈ। ਇਸ ਦਸ਼ਾ ਨੂੰ ਸਮਝਣ ਵਾਸਤੇ ਜਪਜੀ ਸਾਹਿਬ ਦੀ ਇੱਕ ਪੌੜੀ ਸਮਝਣੀ ਪਏਗੀ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ,
असंख अमर कर जाहे जोर, असंख गलवड हत्या कमाहे, असंख पापी पाप कर जाहे, असंख कूड़ियार कूड़े फिराहे, असंख मलेश मल भख खाहे, असंख निंदक सिर करें भार। ਇਹ ਹੁਣ ਸਾਰੀ ਗਿਣਤੀ ਕਿਹਨਾਂ ਦੀ? ਮਾੜੇ ਲੋਕਾਂ ਦੀ ਹੈ। ਇੱਥੋਂ ਤੱਕ ਵਿਚਾਰ ਚੱਲੇ ਨੇ, ਸੰਸਾਰ ਦੀ ਵਿਆਖਿਆ ਹੈ। ਤੇ ਸਿੱਖ ਨੇ ਬੇਨਤੀ ਕੀਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਮੈਂ ਇਹਨਾਂ ਨਿੰਦਕਾਂ ਦੀ, ਪਾਪੀਆਂ ਦੀ ਬਾਰੇ ਸੋਚਦਾ ਹੀ ਰਵਾਂਗਾ। ਮੇਰਾ ਤੇ ਅੰਦਰ ਜਿਹੜਾ ਇਹ ਕਈ ਹਿੱਸਿਆਂ ਵਿੱਚ ਖਿਲਰ ਜਾਏਗਾ। ਹਜ਼ੂਰ ਨੇ ਕਿਹਾ ਵਿਚਾਰ ਵੀ ਕਰਨੀ ਪਏਗੀ, ਕਿਉਂਕਿ ਤੂੰ ਇਹਨਾਂ ਦੇ ਵਿੱਚ ਰਹਿਣਾ ਹੈ। ਪਰ ਹੁਣ ਅਗਲੀ ਪੰਕਤੀ ਪੜ੍ਹ, ਨਾਨਕ ਨੀਚ ਕਹੈ ਵਿਚਾਰ, ਇੰਜ ਸਮਝ ਕੇ ਮੈਂ ਇਹਨਾਂ ਨਾਲੋਂ ਵੀ ਨੀਚ ਹਾਂ, ਇਹ ਮੇਰੇ ਨਾਲੋਂ ਚੰਗੇ ਨੇ। ਉਹ ਦਰਵਾਜ਼ਾ ਬੰਦ ਹੋ ਗਿਆ ਮਾੜੇ ਚੰਗੇ ਦੀ ਵਿਚਾਰ। ਦੂਜਾ ਦਰਵਾਜ਼ਾ ਖੁੱਲਿਆ, ਉਹ ਕਿਹੜਾ ਹੈ? ਨਾਨਕ ਨੀਚ ਕਹੈ ਵਿਚਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਮਾੜੇ ਚੰਗੇ ਦਾ ਦੁਬਦਾ ਵਿਖੇਪ ਇੱਕਦਮ ਬਾਹਰ ਨਿਕਲ ਗਿਆ ਤੇ ਯਾਦ ਬਚੀ ਇੱਕੋ ਦੀ। ਇਹ ਦੋ ਕੋਟੀਆਂ ਨੇ, ਦੋ ਦਰਵਾਜ਼ੇ ਨੇ। ਇੱਕ ਹੈ ਜੀਵ ਕੋਟੀ, ਦੂਸਰੀ ਹੈ ਬ੍ਰਹਮ ਕੋਟੀ। ਜਿਹਨੂੰ ਇਹਦੀ ਪਹਿਚਾਣ ਆ ਗਈ ਤੇ ਇਹ ਦੋ ਹਿੱਸੇ ਖੁੱਲ੍ਹਣੇ ਨੇ। ਸਾਧਨਾ ਨੇ ਸਮਝਣ ਨਾਲ ਨਹੀਂ, ਖਿਆਲ ਰੱਖਣਾ। ਮੈਂ ਇੱਧਰੋਂ ਬੋਲ ਦਿੱਤਾ ਹੈ, ਇਹਦੇ ਅਰਥ ਇਹ ਨਾ ਸਮਝਣਾ ਇੱਕ ਵਾਰੀ ਲੱਗਦਾ ਵੀ ਹੋ ਗਿਆ ਉਸੇ ਤਰ੍ਹਾਂ। ਇਹ ਵਿਚਾਰ ਦਾ ਪ੍ਰਭਾਵ ਹੈ। ਇੱਕ ਵਾਰੀ ਲੱਗਦਾ ਵੀ ਇਸ ਤਰ੍ਹਾਂ ਵਾਪਰ ਹੀ ਗਿਆ, ਪਰ ਖਿਆਲ ਰੱਖਣਾ ਵਾਪਰਿਆ ਨਹੀਂ। ਉਹਨੂੰ ਸ਼ੁਰੂ ਕਰਕੇ ਅਖੀਰ ਤੱਕ ਕਰਨਾ ਪਏਗਾ, ਪੂਰੀ ਤਰ੍ਹਾਂ ਅਭਿਆਸ ਕਰਨਾ ਪਏਗਾ, ਤਾਂ ਇਹ ਸਾਹਮਣੇ ਪ੍ਰਤੱਖ ਹੋ ਜਾਏਗਾ। ਇਹ ਸਿੱਖਣ ਵਾਲੀਆਂ ਚੀਜ਼ਾਂ ਨਹੀਂ ਹਨ, ਬੰਦੇ ਦੇ ਅੰਦਰੋਂ ਉੱਗਦੀਆਂ ਨੇ, ਪੈਦਾ ਹੁੰਦੀਆਂ ਨੇ, ਪ੍ਰਗਟ ਹੁੰਦੀਆਂ ਨੇ। ਨਾਮ ਦੇ ਅਭਿਆਸ ਦੁਆਰਾ, ਬਾਣੀ ਦੇ ਅਭਿਆਸ ਦੁਆਰਾ ਪ੍ਰਗਟ ਹੁੰਦੀਆਂ ਨੇ। ਇਸ ਕਰਕੇ ਉਹ ਮਨੁੱਖ ਮੁਕਤਾ ਹੈ। ਮੁਕਤ ਦਾ ਅਰਥ ਕਿਸੇ ਵੀ ਦਸ਼ਾ ਨਾਲ ਵੱਜਦਾ ਨਹੀਂ, ਹਰ ਇੱਕ ਦਸ਼ਾ ਦੀ ਵਰਤੋਂ ਕਰਕੇ ਉਹਦੇ ਤੋਂ ਅੱਗੇ ਨਿਕਲ ਜਾਂਦਾ। ਉਹਦੇ ਹਿਰਦੇ ਵਿੱਚ ਸਿਮਰਨ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਿਹ ਘਟ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਨ। ਮੁਕਤਾ ਦੇ ਅਰਥ ਨੇ ਆਜ਼ਾਦ, ਖੁੱਲ ਗਿਆ ਉਹ ਬੰਧਨਾਂ ਤੋਂ, ਕੋਈ ਰੁਕਾਵਟ ਨਹੀਂ ਉਸ ਨੂੰ। ਚੌਥੇ ਸੁਣੈ ਜੋ ਨਰ ਜਾਣੈ, ਤਿਸ ਕੋ ਪਾਪ ਨਾ ਪੁੰਨ। ਕੋਈ ਪਾਪ ਨਹੀਂ ਉਸ ਥਾਂ ਤੇ। ਖੌਫ ਨਾ ਖਤਾ ਨਾ ਤਰਸ ਜਵਾਲ, ਉੱਥੇ ਕੋਈ ਗਲਤੀ ਹੋ ਹੀ ਨਹੀਂ ਸਕਦੀ। ਭਾਵੇਂ ਕਿ ਮੈਂ ਬੇਨਤੀ ਕਰਾਂ, ਉਹ ਵਿਅਕਤੀ ਕਦੀ ਦਾਅਵਾ ਨਹੀਂ ਕਰੇਗਾ ਵੀ ਮੈਂ ਗਲਤੀ ਨਹੀਂ ਕਰ ਸਕਦਾ। ਉਹ ਅਰਦਾਸ ਕਰੀ ਜਾਏਗਾ ਕਿ ਅਜੇ ਵੀ ਮੇਰਾ ਖਤਰਾ ਹੈ, ਗਲਤੀ ਹੋ ਸਕਦੀ ਹੈ। ਉਹ ਇੱਕ ਦਸ਼ਾ ਹੈ, ਪਰ ਉਸ ਦੇ ਜੀਵਨ ਵਿੱਚ ਗਲਤੀਆਂ ਦੇ ਸਾਰੇ ਸੂਤਰ ਟੁੱਟ ਗਏ, ਖਤਮ ਹੋ ਗਏ। ਗਲਤੀ ਆ ਹੀ ਨਹੀਂ ਸਕਦੀ ਉਸ ਥਾਂ, ਕਿੱਥੋਂ ਆਏਗੀ? ਸਾਰੇ ਪੁਲ ਤੋੜ ਦਿੱਤੇ ਉਸਨੇ, ਖਤਮ ਕਰ ਦਿੱਤੇ, ਉੱਥੋਂ ਤੱਕ ਪਹੁੰਚ ਨਹੀਂ। ਪਰ ਫਿਰ ਵੀ ਇੱਕ ਸੁਭਾਅ ਹੈ ਉਹਦਾ, ਉਹ ਆਪਣੇ ਅਵਗੁਣਾਂ ਤੋਂ ਬਚਣ ਦੀ ਅਰਦਾਸ ਕਰਦਾ ਰਹਿੰਦਾ ਹੈ, ਤਾਂ ਕਿ ਮਾਣ ਨਾ ਆਵੇ, ਹੰਕਾਰ ਨਾ ਆਵੇ। ਉਹ ਮਨੁੱਖ ਮੁਕਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਤੇਹ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਉਸ ਮਨੁੱਖ ਵਿੱਚ ਤੇ ਹਰ ਦਾ ਅਰਥ ਪਰਮਾਤਮਾ, ਦੋਵਾਂ ਵਿੱਚ ਫਰਕ ਨਹੀਂ ਹੈ। ਜੋ ਸੰਸਾਰ ਵਿੱਚ ਰਹਿੰਦਾ ਹੋਇਆ ਸੰਸਾਰ ਤੋਂ ਮੁਕਤ ਹੋ ਗਿਆ, ਜੋ ਪਦਾਰਥ ਵਿੱਚ ਰਹਿੰਦਾ ਹੋਇਆ ਪਦਾਰਥ ਤੋਂ ਮੁਕਤ ਹੋ ਗਿਆ। ਜਿਨਨੇ ਪਰਮਾਤਮਾ ਦੀ ਸੇਵਾ ਦੇ ਵਿੱਚੋਂ ਤਿੰਨ ਚੀਜ਼ਾਂ ਪ੍ਰਾਪਤ ਕਰ ਲਈਆਂ, ਮੁਕਤ, ਭੁਗਤ ਔਰ ਜੁਗਤ। ਭੁਗਤ ਦੇ ਅਰਥ ਨੇ ਪਦਾਰਥ, ਮਟੀਰੀਅਲ, ਸੰਸਾਰ। ਜੁਗਤ ਦੇ ਅਰਥ ਨੇ ਗੁਰੂ ਤੋਂ ਪ੍ਰਾਪਤ ਕੀਤੀ ਹੋਈ ਸਿੱਖਿਆ ਕਿ ਪਦਾਰਥ ਦੇ ਵਿੱਚ ਕਿਵੇਂ ਰਹਿਣਾ, ਉਹਨੂੰ ਕਹੀਏ ਜੁਗਤ। ਤੇ ਜਦੋਂ ਜੁਗਤ ਆ ਗਈ, ਵਿਅਕਤੀ ਭੁਗਤ ਤੋਂ ਮੁਕਤ ਹੋ ਗਿਆ, ਪਦਾਰਥ ਤੋਂ ਮੁਕਤ ਹੋ ਗਿਆ, ਆਜ਼ਾਦ ਹੋ ਗਿਆ। ਇਹਨੂੰ ਕਹਿੰਦੇ ਨੇ ਮੁਕਤ, ਭੁਗਤ, ਜੁਗਤ। ਤੇਰੀ ਸੇਵਾ ਜਿਸ ਤੂੰ ਆਪ ਕਰਾਏ ਹੈ। ਇਹ ਇੱਕ ਸ਼ਲੋਕ ਹੈ। ਅਗਲਾ ਸ਼ਲੋਕ ਆਪਾਂ ਕੱਲ ਸਵੇਰੇ ਵਿਚਾਰਾਂਗੇ। ਅੱਜ ਇੰਨੀਆਂ ਬੇਨਤੀਆਂ, ਸਮਾਂ ਹੋ ਚੁੱਕਾ ਹੈ, ਆਪ ਜੀ ਨੇ ਪ੍ਰਵਾਨ ਕਰਨੀਆਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ 1-2 ਮਿੰਟ ਵਾਸਤੇ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਬੋਲਣਾ, ਵਾਹਿਗੁਰੂ ਵਾਹਿਗੁਰੂ।